ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਚਾ ਸਚ ਸੋਈ ਅਵਰ ਨ ਕੋਈ, ਜਿਨ ਸਿਰਜੀ ਤਿਨ ਹੀ ਫੁਨ ਗੋਈ। ਜਿਉ ਭਾਵੈ ਤਿਉ ਰਾਖੋ ਰਹਿਣਾ, ਤੁਮ ਸੋ ਕਿਆ ਮੁਕਰਾਈ ਹੈ। ਆਪ ਉਪਾਏ ਆਪ ਖਪਾਏ, ਆਪੇ ਸਿਰ ਸਿਰ ਧੰਦਾ ਲਾਏ। ਆਪ ਉਪਾਏ ਆਪ ਖਪਾਏ, ਆਪੇ ਸਿਰ ਸਿਰ ਧੰਦਾ ਲਾਏ। ਆਪੇ ਵਿਚਾਰੀ ਗੁਣਕਾਰੀ, ਆਪੇ ਮਾਰਗ ਲਾਈ ਹੈ। ਆਪੇ ਦਾਨਾ ਆਪੇ ਬੀਨਾ, ਆਪੇ ਆਪੋ ਪਾਏ ਪਤੀਨਾ। ਆਪੇ ਪੌਣ ਪਾਣੀ ਬੈ ਸੰਤਰ, ਆਪੇ ਮੇਲ ਮਿਲਾਈ ਹੈ। ਆਪੇ ਸਸ ਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰ ਸੂਰਾ। ਕਾਲ ਜਾਲ ਜਮ ਜੋਹੇ ਨਾ ਸਾਕੈ, ਸਾਚੇ ਸਿਉ ਲਿਵ ਲਾਈ ਹੈ। ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ। ਆਪੇ ਪਿੜ ਬਾਧੀ ਸਚ ਖੇਲੈ, ਆਪੇ ਕੀਮਤ ਪਾਈ ਹੈ। ਆਪੇ ਭਵਰ ਫੁੱਲ ਫਲ ਤਰਵਰ, ਆਪੇ ਜਲ ਥਲ ਸਾਗਰ ਸਰਵਰ। ਆਪੇ ਮੱਛ ਕਛ ਕਰਨੀ ਕਰ, ਤੇਰਾ ਰੂਪ ਨਾ ਲਖਣਾ ਜਾਈ ਹੈ। ਆਪੇ ਮੱਛ ਕਛ ਕਰਨੀ ਕਰ, ਤੇਰਾ ਰੂਪ ਨਾ ਲਖਣਾ ਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਵਾਲੀ ਸ਼ਹਿਨਸ਼ਾਹ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਦੀਨ ਦਿਆਲ ਸਤਿਗੁਰਾਂ ਦੀ ਮਹਾਨ ਬਾਣੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੋ ਸੰਥਾ ਰੂਪ ਵਿੱਚ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ, ਪਾਠ ਕਰ ਰਹੇ ਹਾਂ। ਹੁਣ ਆਪਾਂ ਅੰਗ 160 ਤੱਕ ਪਾਠ ਕੀਤਾ, ਦਰਸ਼ਨ ਦਿਦਾਰੇ ਕੀਤੇ ਨੇ। ਪਿਛਲੇ ਸਮੇਂ 'ਚ ਅਸੀਂ ਪੜ੍ਹਿਆ ਜੋ 24 ਅਵਤਾਰ ਰਚਨਾ ਮਹਾਰਾਜ ਜੀ ਦੀ, ਉਹਦੇ ਵਿੱਚੋਂ ਪਹਿਲਾ ਅਵਤਾਰ ਜੋ ਕੱਛ ਅਵਤਾਰ, ਵਾਹਿਗੁਰੂ। ਪਹਿਲਾਂ ਅਸੀਂ ਮੱਛ ਅਵਤਾਰ ਪੜ੍ਹ ਚੁੱਕੇ ਹਾਂ। ਪਹਿਲਾ ਮੱਛ, ਫਿਰ ਕੱਛ। ਇਹਦੇ 'ਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1020 ਤੇ ਅੰਗ ਤੇ ਮਹਾਰਾਜ ਦਾ ਫਰਮਾਨ ਹੈ, ਆਪੇ ਮੱਛ ਕੱਛ ਕਰਨੀ ਕਰ, ਤੇਰਾ ਰੂਪ ਨਾ ਲਖਣਾ ਜਾਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਮੁਖ ਵਾਕ ਮਾਰੂ ਸੋਲ ਹੈ, ਮਹੱਲਾ ਪਹਿਲਾ। ਸੋ ਇਹ 24 ਅਵਤਾਰ ਗੁਰੂ ਜੀ ਦੀ ਰਚਨਾ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ। ਜੋ ਇਹ ਪਹਿਲਾ ਅਵਤਾਰ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਨੇ, ਮੱਛ ਅਵਤਾਰ।
ਇਹਦੇ ਬਾਰੇ ਬੇਨਤੀ ਵੀ ਕੀਤੀ ਗਈ ਸੀ, ਕਿਸ ਕਾਰਨ ਕਰਕੇ ਅਵਤਾਰ ਧਾਰਨ ਕੀਤਾ। ਤੋ ਇਹ 24 ਅਵਤਾਰਾਂ ਦੇ ਨਾਂ ਦੀ ਜੋ ਰਚਨਾ ਹੈ, ਇਸ ਵਿੱਚ ਅਵਤਾਰਾਂ ਦੇ ਕਥਾ ਪ੍ਰਸੰਗ ਦੇਣ ਤੋਂ ਪਹਿਲਾਂ 38 ਛੰਦਾਂ ਵਿੱਚ ਅਵਤਾਰਾਂ ਸੰਬੰਧੀ ਗੁਰੂ ਪਾਤਸ਼ਾਹ ਨੇ ਆਪਣੀ ਧਾਰਨਾ ਸਪਸ਼ਟ ਕੀਤੀ ਹੈ। ਇਹ ਆਪਾਂ ਪਿੱਛੇ ਦਰਸ਼ਨ ਕਰ ਚੁੱਕੇ। ਫਿਰ ਅਵਤਾਰ ਰਚਨਾ ਵਿੱਚ ਵਿਸ਼ਨੂੰ ਨੂੰ ਇਸ਼ਟ ਦੇਵ ਨਾ ਮੰਨ ਕੇ, ਵਿਸ਼ਨੂੰ ਨੂੰ ਇਸ਼ਟ ਦੇਵ ਨਹੀਂ ਮੰਨਿਆ, ਜੋ ਕਾਲ ਪੁਰਖ ਨੂੰ ਅਵਤਾਰਾਂ ਦਾ ਸਿਰਜਕ ਕਰਤਾ ਦਾਤਾ ਮੰਨਿਆ ਗਿਆ ਹੈ। ਇੱਥੇ ਗੁਰੂ ਪਾਤਸ਼ਾਹ ਨੇ ਅਵਤਾਰਾਂ ਦੇ ਜੀਵਨ ਅਤੇ ਕੰਮਾਂ ਦਾ ਚਿਤਰਣ ਵੀ ਕੀਤਾ ਹੈ। ਅਸਲ ਵਿੱਚ ਉਸ ਵਕਤ 10 ਵਾਹਿਗੁਰੂ ਜੀ ਧਰਮ ਯੁੱਧ ਲਈ ਤਿਆਰ ਕੀਤੇ ਜਾ ਰਹੇ ਨਵੇਂ ਸਮਾਜ ਨੂੰ ਪਹਿਲਾਂ ਹੋ ਚੁੱਕੀਆਂ ਕਥਾ ਕਹਾਣੀਆਂ, ਧਾਰਮਿਕ ਪਰੰਪਰਾਵਾਂ ਤੋਂ ਜਾਣੂ ਕਰਨ ਲਈ ਸੰਸਕ੍ਰਿਤੀ ਤੋਂ ਹਟ ਕੇ ਭਾਸ਼ਾ ਵਿੱਚ ਇਸ ਰਚਨਾ ਦਾ ਇੱਕ ਪਾਠ ਪੁਸਤਕ ਵਜੋਂ ਤਿਆਰ ਕੀਤਾ ਜਾਣਾ ਗੁਰੂ ਪਾਤਸ਼ਾਹ ਦਾ ਇਹ ਇੱਕ ਮਹਾਨ ਪਰਉਪਕਾਰ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 24 ਅਵਤਾਰਾਂ ਨੇ ਜੋ ਪ੍ਰਮਾਤਮਾ ਦੇ ਭੇਦ ਨੂੰ ਨਹੀਂ ਪਾਇਆ, ਫਰਮਾਨ ਹੈ ਪਾਤਸ਼ਾਹ ਜੀ ਦਾ, ਜੋ 24 ਅਵਤਾਰ ਕਹਾਏ ਤਨ ਪੀ ਤੁਮ ਪ੍ਰਭ ਤਨਕ ਨਾ ਪਾਏ। ਸੋ ਇੱਥੇ ਪਰਮ ਸੱਤਾ ਦੇ ਵੱਖ-ਵੱਖ ਗੁਣਾਂ ਦਾ ਉਲੇਖ ਵੀ ਕੀਤਾ ਗਿਆ, ਜਿਨ੍ਹਾਂ ਦੇ ਆਧਾਰ ਤੇ ਉਸਦੇ ਨਾਵਾਂ ਦੀ ਕਲਪਨਾ ਹੋਈ ਹੈ। ਇਸ ਤੋਂ ਇਲਾਵਾ ਧਰਮ ਦੇ ਸੰਸਥਾਪਕ ਵੱਲੋਂ ਕੀਤੇ ਭੇਖਾਂ, ਬਾਹਰ ਦੇ ਅਡੰਬਰਾਂ ਅਥਵਾ ਕਹਿ ਦਈਏ ਪਖੰਡ ਦਾ ਖੰਡਨ ਵੀ ਕੀਤਾ ਗਿਆ। ਇਸ ਤੋਂ ਬਾਅਦ ਅਵਤਾਰਾਂ ਦੇ ਪ੍ਰਸੰਗ ਚਿਤਰੇ ਗਏ ਆ, ਜਿਨ੍ਹਾਂ ਬਾਰੇ ਪਹਿਲਾਂ ਬੇਨਤੀ ਕੀਤੀ ਹੈ। ਮੱਛ ਅਵਤਾਰ ਬਾਰੇ ਪਹਿਲਾਂ ਬੇਨਤੀ ਕਰ ਚੁੱਕੇ ਹਾਂ, ਆਪ ਨੇ ਸਰਵਣ ਕਰ ਲਿਆ ਪਿਛਲੇ ਸਮੇਂ ਵਿੱਚ। ਤੋ ਹੁਣ ਜੋ ਆਰੰਭ ਹੋ ਰਿਹਾ ਕਸ਼ ਅਵਤਾਰ, ਇਹਦੇ ਜੋ 4 ਭੁਜੰਗ ਅਤੇ ਭੁਜੰਗ ਪ੍ਰਿਆ ਛੰਦਾਂ ਵਿੱਚ ਲਿਖੀ ਇਸ ਅਵਤਾਰ ਕਥਾ ਵਿੱਚ ਲਿਖਿਆ ਹੈ ਕਿ ਸਮੁੰਦਰ ਨੂੰ ਰੜਕਣ ਲਈ ਦੈਂਤ ਅਤੇ ਦੇਵਤੇ ਇਕੱਠੇ ਹੋਏ। ਮੰਦਰਾਚਲ ਪਰਬਤ ਨੂੰ ਉਹਨਾਂ ਨੇ ਮਦਾਣੀ ਅਤੇ ਬਾਸ਼ਕ ਨਾਗ ਨੂੰ ਨੇਤਰਾ ਬਣਾਇਆ ਸਮੁੰਦਰ ਰੜਕਣ ਲਈ। ਜੋ ਮਦਾਣੀ ਸੀ ਮੰਦਰਾਚਲ ਬਹੁਤ ਵਜਨੀ ਹੈ ਪਰਬਤ ਪਹਾੜ, ਭਾਰ ਨੂੰ ਨਾ ਸੰਭਾਲੇ ਜਾਣ ਕਾਰਨ ਵਿਸ਼ਨੂੰ ਨੇ ਫਿਰ ਕਸ਼ਪ ਰੂਪ ਧਾਰਨਾ ਕੀਤਾ ਕੱਛੂ ਦਾ, ਅਤੇ ਮਦਾਣੀ ਨੂੰ ਜਿਹੜੀ ਸੀ ਆਪਣੀ ਪਿੱਠ ਤੇ ਧਾਰਨ ਕਰ ਲਿਆ। ਇਹ ਕਸ਼ਪ ਅਵਤਾਰ ਤੇ ਇਸ ਤੋਂ ਅੱਗੇ ਫਿਰ ਨਾਲ ਨਾਲ ਜਿਸ ਪ੍ਰਕਾਰ ਨਰ ਨਾਰਾਇਣ ਅਵਤਾਰ, ਮੋਹਣੀ ਅਵਤਾਰ, ਬਰਾ ਅਵਤਾਰ, ਨਰਸਿੰਘ ਅਵਤਾਰ, ਬਾਮਨ ਅਵਤਾਰ ਆਉਣੇ ਨਾਲ ਨਾਲ ਦਰਸ਼ਨਦਾਰੇ ਕਰਾਂਗੇ। ਲੋੜ ਪੈਣ ਤੇ ਬੇਨਤੀ ਕੀਤੀ ਜਾਵੇਗੀ। ਤੋ ਆਓ ਬੇਨਤੀ ਕਰੀਏ, ਪਾਠ ਆਰੰਭ ਕੀਤਾ ਜਾਵੇ। ਹਾਂਜੀ, ਪਾਠ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਥ ਕੱਛ ਅਵਤਾਰ ਕਥਨੰ। ਭੁਜੰਗ ਪ੍ਰਿਆਤ ਛੰਦ। ਕਿਤੋ ਕਾਲ ਬੀਤਿਓ ਕਰਿਓ ਦੇਵ ਰਾਜੰ। ਭਰੇ ਰਾਜ ਧਾਮੰ ਸੁਭੰ ਸਰਬ ਸਾਜੰ। ਗਜੰ ਬਾਜ ਬੀਣੰ ਬਿਨਾ ਰਤਨ ਭੂਪੰ। ਕਰਿਓ ਵਿਸ਼ਨ ਵਿਚਾਰ ਚਿਤੰ ਅਨੂਪੰ। ਹਾਂਜੀ, ਆਪਾਂ 160 ਅੰਗ ਤੋਂ ਪਾਠ ਆਰੰਭ ਕੀਤਾ ਹੈ ਤੇ ਪਹਿਲਾਂ ਜੋ ਇਹ ਛੰਦ ਹੈ ਜਰਾ ਕੁ ਧਿਆਨ ਮਾਰਨ ਲੱਗੇ, ਭਾਵੇਂ ਬਹੁਤ ਮਹਿੰਗੇ ਦਾ ਨਹੀਂ। ਵਿਸਰਾਮ ਕਿਤੋਂ ਕਾਲ ਬੀਤਿਓ, ਬੀਤਿਓ ਦੇ ਵਿਸਰਾਮ ਤੇ ਨਾਲ ਉਚਾਰਨ ਜਿਸ ਪ੍ਰਕਾਰ ਹੋਇਆ ਇਹ ਵੀ ਧਿਆਨ ਰੱਖਣਾ। ਕਿਤੋਂ ਕਾਲ ਬੀਤਿਓ ਕਰਿਓ ਦੇਵ ਰਾਜੰ।
ਭਰੇ ਰਾਜ ਧਾਮੰ, ਧਾਮੰ ਤੇ ਵਿਸਰਾਮ, ਸੁਭੰ ਸਰਬ ਸਾਜੰ, ਗਜੰ ਬਾਜ ਬੀਣੰ, ਵਿਸਰਾਮ ਲਾ ਕੇ, ਬਿਨਾ ਰਤਨ ਭੂਪੰ, ਕਰਿਓ ਬਿਸਨ ਵਿਚਾਰ, ਵਿਸਰਾਮ ਚਿੱਤੰ ਅਨੂਪੰ। ਇਸ ਪ੍ਰਕਾਰ ਨਾਲ ਨਾਲ ਸਮਝ ਜਾਣਾ ਜੋ ਕਿ ਮਹਿੰਗਾ ਵਿਸਰਾਮ ਹੋਏਗਾ, 10ਵੀਂ ਦਿੱਤਾ ਜਾਵੇਗਾ। ਸੋ ਹਾਂਜੀ, ਚਾਲ ਦੇ ਵਿੱਚ ਪਾਠ ਆਪਾਂ ਸਰਵਣ ਕਰੀਏ ਜੀ। ਭੁਜੰਗ ਛੰਦ। ਸਭੈ ਦੇਵ ਏਕਤ੍ਰ ਕੀਨੇ ਪੁਰਿੰਦਰੰ, ਸਸੰਗ ਸੂਰਜੰ ਆਦ ਲੈ ਕੈ ਉਪਿੰਦਰੰ। ਠੀਕ ਆ। ਹੁਤੇ ਦਇਤ ਜੇ ਲੋਕ ਮਧਯੰ ਹੰਕਾਰੀ। ਦਇਤ ਹੁਤੇ ਦਇਤ ਵਿਸਰਾਮ ਦੇ ਕੇ, ਹੁਤੇ ਦਇਤ ਜੇ ਲੋਕ ਮਧਯੰ ਹੰਕਾਰੀ, ਦਇਤ ਤੇ ਵਿਸਰਾਮ। ਹੁਤੇ ਦਇਤ ਜੇ ਲੋਕ ਮਧਯੰ ਹੰਕਾਰੀ, ਭਏ ਏਕਠੇ ਭ੍ਰਾਤ ਭਾਵੰ ਵਿਚਾਰੀ। ਭੁਜੰਗ ਬਦਿਓ ਅਰਧ ਅਰਧੰ, ਦੁਹੂ ਬਾਟ ਲੀਬੋ। ਸਭੋ ਬਾਤ ਮਾਨੀ ਯਹ ਕਾਮ ਕੀਬੋ। ਕਰੋ ਮਥਨੀ ਕੂਟ ਮੰਦਰਾ ਚਲੇਯੰ, ਤਕਿਓ ਸ਼ੀਰ ਸਾਮੁੰਦਰੰ ਦੇਯੰ ਅਦੇਯੰ। ਭੁਜੰਗ ਕਰੀ ਮਥ ਕਾ ਬਾਸਕੰ ਸਿੰਧ ਮਦੰ, ਕਰੀ ਮਥ ਕਾ ਬਾਸਕੰ ਸਿੰਧ ਮਦੰ। ਮਥੈ ਲਾਗ ਦੋ ਭਏ ਅੱਧ ਅੱਧੰ, ਸਿਰੰਗ ਦੈਤ ਲਾਗੇ ਗਹੀ ਪੂਛ ਦੇਵੰ। ਮਥਿਓ ਸ਼ੀਰ ਸਿੰਧੈ ਮਨੋ ਮਾਟ ਕੇਵੰ। ਭੁਜੰਗ ਛੰਦ। ਏਸੋ ਕੌਣ ਬੀਓ ਧਰੇ ਭਾਰ ਪੱਬੰ, ਉਠੇ ਕਾਂਪ ਬੀਰੰ ਦਿੱਤਿਆ ਦਿੱਤੈ ਸੋਬੰ। ਉਠੇ ਕਾਂਪ ਬੀਰੰ ਦਿੱਤਿਆ ਦਿੱਤੈ ਸੋਬੰ। ਦਿੱਤ ਅਦਿੱਤ, ਦਿੱਤ ਤੇ ਅਦਿੱਤ ਇਸ ਪ੍ਰਕਾਰ ਪਾਠ ਹੋਣਾ। ਦਿੱਤ ਅਦਿੱਤ, ਜਿਹੜਾ ਜੇ ਨੂੰ ਕਰਨ ਲੱਗਾ ਉਹ ਉੱਥੇ ਆੜ ਦੀ ਆਵਾਜ਼ ਦੇ, ਦਿੱਤ ਅਦਿੱਤ। ਹਾਂ, ਇੱਕ ਦਿੱਤੀ ਸੀ, ਇੱਕ ਅਦਿੱਤੀ ਸੀ। ਦੇਵਤਾ ਦੇ ਦੇਵਤਿਆਂ ਤੇ ਰਾਖਸ਼ਾਂ ਦੀਆਂ ਮਾਤਾਵਾਂ ਦੇ ਨਾਮ ਦਿੱਤੀ ਅਦਿੱਤੀ ਨਾਮ ਆਉਂਦੇ ਗ੍ਰੰਥਾਂ ਵਿੱਚ। ਇੱਥੇ ਲਿਖਿਆ ਦਿੱਤੈ ਅਦਿੱਤੈ, ਜਿਹੜਾ ਕੰਨਾਂ ਲੱਗਾ ਉਹਨੂੰ ਆੜੇ ਦੀ ਆਵਾਜ਼ ਦੇ ਕੇ ਨਾ ਅਦਿੱਤੇ ਤੋਂ ਭਾਵ ਅਦਿੱਤੈ, ਦਿੱਤੇ ਅਦਿੱਤੈ। ਮੈਂ ਸਪਸ਼ਟ ਦੱਸ ਦਿੱਤਾ ਵੀ ਦਿੱਤੀ ਤੇ ਅਦਿੱਤੀ ਸੀ। ਹਾਂ ਜੀ। ਉਠੇ ਕਾਂਪ ਬੀਰੰ ਦਿੱਤੈ ਆਦਿਤਯ ਸਭੰ, ਤਬੈ ਆਪ ਹੀ ਵਿਸ਼ਨ ਮੰਤਰੰ ਵਿਚਾਰਿਓ। ਤਰੇ ਪਰਬਤੰ ਕਾਸ਼ਪੰ ਰੂਪ ਧਾਰਿਓ। ਏਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਦੁਤੀਆ ਅਵਤਾਰ ਸਪੂਰਨ ਮਸਤ। ਹਾਂਜੀ, ਇਹ ਜੋ ਦੂਸਰਾ ਅਵਤਾਰ ਆਪਾਂ ਨੇ ਸਰਵਣ ਕੀਤਾ। ਤੇ ਅੱਗੇ ਜਿਸ ਪ੍ਰਕਾਰ ਸ਼ੀਰ ਸਮੁੰਦਰ ਮਥਨਾ, ਉਹਨੂੰ ਰੇੜਕਣਾ ਸਮੁੰਦਰ ਨੂੰ, ਉਹਦੀ ਵਾਰਤਾ ਨਾਲ ਨਾਲ ਪੜ੍ਹਦੇ ਆ। ਇਹ ਆਪਾਂ ਨੇ ਸਰਵਣ ਕਰ ਲਿਆ ਵੀ ਦੇਵ ਤੇ ਦੈਂਤਾ ਦੋਵੇਂ ਇਕੱਠੇ ਹੋ ਗਏ ਵੀ ਆਪਾਂ ਸਮੁੰਦਰ ਡਕਰੀਓ ਚ ਰਤਨ ਕੱਢੀਏ। ਰਤਨ ਕੱਢਣ ਲਈ ਉਹ ਜਿਹੜਾ ਸਕੀਮ ਸੀ ਵੀ ਰੜਕਣ ਨੂੰ ਇੱਥੇ ਮਧਾਣੀ ਕਿਹੜੀ ਬਣਾਈਏ, ਉਹ ਮੰਦਰਾਚਲ ਪਰਬਤ ਬਣਾਈ ਗਈ। ਫੇਰ ਕਿਹਾ ਵੀ ਮਧਾਣੀ ਤਾਂ ਹੁਣ ਬਣਾ ਲਾਂਗੇ, ਇਹਦੇ ਥੱਲੇ ਇਹਦਾ ਭਾਰ ਕੌਣ ਚੱਕੂ। ਇੱਥੇ ਕਸ਼ੂ ਰੂਪ ਵਿਸ਼ਨੂੰ ਜੀ ਨੇ ਧਾਰਨ ਕੀਤਾ। ਅੱਗੇ ਜਿਸ ਪ੍ਰਕਾਰ ਸਮੁੰਦਰ ਨੂੰ ਮਥਣਾ ਰਿੜਕਣਾ ਉਹ ਅੱਗੇ ਪ੍ਰਕਰਨ ਆ ਰਿਹਾ। ਆਓ ਸਰਵਣ ਕਰੀਏ ਜੀ। ਆਥ ਸ਼ੀਰ ਸਮੁੰਦਰ ਮਥਨ 14 ਰਤਨ ਕਥਨੰ। ਸ੍ਰੀ ਭਗਉਤੀ ਜੀ ਸਹਾਏ ਤੋਟਕ ਛੰਦ। ਮਿਲ ਦੇਵ ਅਦੇਵਨ ਸਿੰਧ ਮਥਿਓ। ਕਬ ਸਿਆਮ ਕਵੇਤਨ ਮਦ ਕਥਿਓ। ਤਬ ਰਤਨ ਚਤੁਰਦਸ ਯੋਨਿਕ ਸੇ। ਅਸਤਾਨ ਸਮੋ ਸਸ ਸੇ ਬਿਗਸੇ। ਇਹ ਕਈ ਵਾਰੀ ਅਸਥਾ ਨਿਸਮੋ ਸਸ ਸੇ ਬਿਗਸੇ, ਇਸ ਪ੍ਰਕਾਰ ਵੀ ਪੜ ਅਸਥਾ। ਜੋ ਅਸਤ ਹੋ ਗਿਆ ਸੂਰਜ ਤੇ ਨਿਸ ਪੈ ਗਈ, ਰਾਤ ਪੈ ਗਈ ਨਿਸ। ਨਿਸਮੋ ਸਸ ਸੇ ਬਿਗਸੇ ਤੇ ਅਸਤਾਨ ਸਮੋ ਸਸ ਸੇ ਬਿਗਸੇ, ਇਸ ਪ੍ਰਕਾਰ ਵੀ ਪਾਠ ਹੁੰਦਾ।
ਅਸਥਾ ਨਿਸਮੋ ਸਸ ਸੇ ਬਿਕਸੇ। ਦੂਸਰਾ ਪਾਠ ਅਸਥਾਨ ਸਮੋ ਸਸ ਸੇ ਬਿਕਸੇ। ਇਹ ਪਹਿਲਾ ਪਾਠ। ਹਾਂਜੀ। ਅਸਥਾਨ ਸਮੋ ਸਸ ਸੇ ਬਿਗਸੇ। ਸਾਸ ਪੋਲਾ ਜਿਹਾ ਪਾਠ ਕਰਨਾ, ਚੰਦਰਮਾ ਤੋਂ ਭਾਵ ਹੈ। ਸਾਸ ਸੱਸ ਨਹੀਂ ਕਹਿਣਾ, ਜਿਵੇਂ ਉਹ ਸੱਸਾਂ ਹੁੰਦੀਆਂ ਮੁੰਡਿਆਂ ਕੁੜੀਆਂ ਦੀਆਂ, ਹਾਂ, ਉਹ ਸੱਸ ਤੋਂ ਭਾਵ ਨਹੀਂ ਹੈ। ਇਹ ਸਾਸ, ਇਹ ਚੰਦਰਮਾ ਤੋਂ ਭਾਵ ਹੈ। ਪੋਲਾ ਜਿਹਾ ਪਾਠ ਕਰਾਂਗੇ, ਸਾਸ ਹੋਵੇਗਾ ਅਰਥ। ਹਾਂਜੀ, ਫਿਰ ਪੜ੍ਹ ਦਿਓ। ਅਸਥਾਨ ਸਮੋ ਸਸ ਸੇ ਬਿਗਸੇ। ਤੋਟਕ ਛੰਦ। ਅਮਰਾਂਤਕ ਸੀਸ ਕੀ ਓਰ ਹੁਅੰ। ਮਿਲ ਪੂਛ ਗਹੀ ਦਿਸ ਦੇਵ ਦੂਅੰ। ਰਤਨੰ ਨਿਕਸੇ ਬਿਗਸੇ ਸਸ ਸੇ। ਇਹ ਵੀ ਉਵੇਂ ਸਸ ਸੇ। ਹਾਂ, ਸਸ ਭਾਵ ਚੰਦਰਮਾ ਤੋਂ। ਸਾਸ ਪੋਲਾ ਜਾ। ਹੇ ਰਾਵ ਹੇ ਸਾਸ ਹੇ ਕਰੁਣਾ ਨਿਧ। ਮੇਰੀ ਅਬ ਬੇਨਤੀ ਸੁਣ ਲੀਜੈ। ਇਹ ਸਾਸ ਪੋਲਾ ਜਾ, ਚੰਦਰਮਾ ਦੇ ਦਾ ਭਾਵ। ਹਾਂਜੀ, ਫਿਰ ਪੜ੍ਹ ਦਿਓ। ਰਤਨੰ ਨਿਕਸੇ ਬਿਗਸੇ ਸਸ ਸੇ। ਜਨ ਘੂਟਨ ਲੇਤ ਅਮੀ ਰਸ ਕੇ। ਤੋਟਕ ਨਿਕਸਿਓ ਧਨ ਸਾਇਕ ਸੁਧ ਸਿਤੰ। ਮਦ ਪਾਨ ਕੱਢਿਓ ਘਟ ਮਧਿਐ ਮਤੰ। ਗਜ ਬਾਜ ਸੁਦਾ ਲక్ష్ਮੀ ਨਿਕਸੀ। ਘਨ ਮੋ ਮਨੋ ਬਿੰਦੁਲਤਾ ਬਿਗਸੀ। ਬਿੱਦਲਤਾ, ਬਿੰਦ ਨਹੀਂ ਬਿੱਦਲਤਾ। ਬਿੰਦੀ ਲੱਗੀ ਤੇ ਟਿੱਪੀ ਲੱਗੀ ਆ, ਇਹਨੂੰ ਸ਼ੁੱਧ ਕੀਤਾ ਜਾਵੇ। ਬਿੱਦਲਤਾ, ਬਿੰਦ ਨਹੀਂ ਹੁੰਦਾ, ਬਿੱਦਲਤਾ। ਬਿੱਦਲਤਾ ਹੁੰਦਾ ਬਈ ਬਿਜਲੀ, ਜਿਵੇਂ ਬੱਦਲਾਂ ਵਿੱਚ ਬਿਜਲੀ, ਅਸਮਾਨੀ ਬਿਜਲੀ ਦਾ ਨਾਮ ਹੈ ਇੱਥੇ ਬਿੱਦਲਤਾ। ਕਨ ਮੋ ਮਨੋ ਬਿਦਲਤਾ ਬਿਗਸੀ। ਤੋਟਕ ਛੰਦ। ਕਲਪਾਦਰੁਮ ਮਾਹੁਰ ਔਰੰਭਾ। ਕਲਪਾਦਰੁਮ, ਕਲਪਾਦਰੁਮ ਮਾਹੁਰ ਔਰੰਭਾ। ਕਲਪਾਦਰੁਮ ਮਾਹੁਰ ਔਰੰਭਾ। ਕਲਪਾਦਰੁਮ ਮਾਹੁਰ ਔਰੰਭਾ। ਕਲਪ ਬਿਰਸ਼ਨ ਸਵਰਗਾਂ ਚ, ਇਹ ਸਾਰੇ ਨਿਕਲੇ ਨੇ ਉੱਥੋਂ। ਜਿਨ ਮੋਹ ਰਹੈ ਲਖ ਇੰਦਰ ਸਭਾ। ਮੋਹੇ ਰਹੇ ਕਿ ਮੋਹ ਰਹੇ? ਮੋਹ। ਅੱਛਾ, ਠੀਕ ਆ। ਇਹ ਮੋਹੇ ਵੀ ਹੁੰਦਾ ਪਾਠ, ਉਹ ਵੀ ਕਿਤੇ ਪ੍ਰਿੰਟ ਕਿਤੇ ਹੋਵੇ, ਉਹ ਵੀ ਸ਼ੁੱਧ। ਜੈ ਮੋਹ ਰਹੈ ਲਖ ਇੰਦਰ ਸਭਾ। ਹਾਂਜੀ, ਚਲੋ। ਜਨ ਮੋਹ ਰਹੈ ਲਖ ਇੰਦਰ ਸਭਾ। ਮਨ ਕੌਸਤਭ ਚੰਦ ਸੋ ਰੂਪ ਸਭ। ਕੌਸਤਕ ਮਣੀ, ਕੌਸਤਭ ਮਨ ਕੌਸਤਭ, ਇਹਨੂੰ ਇਕੱਠਾ ਪਾਠ। ਮਨ ਕੌਸਤਭ ਚੰਦ ਸੋ ਰੂਪ ਸੁਭੰ। ਮਨ ਕੌਸਤਭ ਚੰਦ ਸੋ ਰੂਪ ਸੁਭੰ। ਜਿਹ ਭਜਤ ਦੈਤ ਬਿਲੋਕ ਜੁਦੰ। ਤੋਟਕ ਛੰਦ। ਨਿਕਸੀ ਗਵਰਾਜ ਸੋ ਧੇਨ ਭਲੀ। ਜਿਹ ਛੀਨ ਲਇਓ ਸਹਿ ਸ਼ਾਸਤਰ ਬਲੀ। ਗਨ ਰਤਨ ਗਨਉ ਉਪ ਰਤਨ ਅਬੈ। ਤੁਮ ਸੰਤ ਸੁਨੋ ਚਿਤ ਲਾਏ ਸਬੈ। ਇਹ ਸਾਧੂਆਂ ਸੰਤਾਂ ਵਾਸਤੇ, ਵਿਦਵਾਨਾਂ ਵਾਸਤੇ ਬਾਣੀ ਹੈ, ਗੁਰਮੁਖਾਂ ਵਾਸਤੇ ਹੈ। ਤੁਮ ਸੰਤ ਸੁਨੋ ਚਿਤ ਲਾਏ ਸਬੈ। ਮਹਾਰਾਜ ਸਾਹਿਬ ਕਮਾਲ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਵੀ ਸੰਤੋ ਗੁਰਮੁਖੋ ਚਿਤ ਲਾ ਕੇ ਸੁਣਿਓ ਇਸ ਕਥਾ ਕਹਾਣੀ ਨੂੰ। ਹਾਂਜੀ। ਤੋਟਕ ਛੰਦ। ਜਨ ਜੋਗ ਹਰੀਤ ਕੀ ਔਰ ਮਦੰ। ਹਰੀਤ ਕੀ ਇਕੱਠਾ ਪਾਠ ਆ। ਹਰੀਤ ਕੀ, ਹਰੀਤ ਕੀ ਵੱਖਰਾ ਨਿਕਲਣਾ। ਹਰੀਤ ਕੀ ਹਰੜ ਦਾ ਨਾਮ ਹੈ, ਹਰੜ ਵੀ ਨਿਕਲੀ ਵਿੱਚ। ਜਨ ਜੋਕ ਹਰੀਤ ਕੀ ਔਰ ਮਦੰ। ਜਨ ਪੰਚ ਸੋ ਨਾਮ ਹੈ ਸੰਖ ਸੁਭੰ। ਜਨ ਪੰਚ ਸੋ ਨਾਮ ਹੈ ਸੰਖ ਸੁਭੰ। ਸਸ ਵੇਲ ਵਿਜਿਆ ਅਰ ਚੱਕਰ ਗਦਾ। ਬਿਜੀਆ ਕਹਿ ਦੋ ਭਾਵੇਂ ਨੂੰ। ਇਹ ਪਾਠ ਇੱਥੇ ਪ੍ਰਕਰਨ ਮੁਤਾਬਕ ਬਿਜੀਆ ਕਿਹਾ ਜਾਏਗਾ। ਹਾਂਜੀ। ਸਸ ਵੇਲ ਵਿਜਿਆ ਅਰ ਚੱਕਰ ਗਦਾ। ਜੁਵਰਾਜ ਬਿਰਾਜਤ ਪਾਨ ਸਦਾ। ਤੋਟਕ ਧਨ ਸਾਰੰਗ ਨੰਦਕ ਖਗ ਪਣੰ। ਜਿਨ ਖੰਡ ਕਰੇ ਗਨ ਦਇਤ ਰਣੰ।
ਸਿਵ ਸੂਲ ਬੜਵਾਨਲ ਕਪਲ ਮੁਨੰ ਤਾ ਤਨੰਤਰ 14 ਰਤਨੰ ਗਨ ਰਤਨ ਉਪਰਤਨ ਅਵਤਾਤ ਗਨੋ ਕਹਿ ਧਾਤ ਸਬੈ ਉਪਧਾਤ ਭਨੋ ਸਭ ਨਾਮ ਜਥਾ ਮਤ ਸਿਆਮ ਤਰੋ ਘਟ ਜਾਨ ਕਵੀ ਜਿਨ ਨਿੰਦ ਕਰੋ ਤੋਟਕ ਛੰਦ ਪ੍ਰਥਮੋ ਗਨ ਲੋਹ ਸਿੱਕਾ ਸਵਰਨੰ ਚਤਰਥ ਭਨ ਧਾਤ ਸਿਤੰ ਰੁਕਮੰ ਬਹਰੋ ਕਥ ਤਾਂਬਰ ਕਲੀ ਪਿਤਰੰ ਪਿਤਰੰਗ ਕਲੀ ਨਿਕਲੀ, ਪਿੱਤਲ ਨਿਕਲਿਆ, ਪਿਤਰੰਗ ਨਿਕਲਿਆ ਨਾ, ਪਿਤਰੰਗ ਇਹ ਨਿਕਲੇ ਆ ਨਾ ਸਭ ਕੁਛ ਰਗੜਨ ਤੋਂ, ਰੜਕਣ ਤੋਂ। ਜੋ ਪਹਿਲਾਂ ਰਤਨ, ਫਿਰ ਵਾਹਿਗੁਰੂ ਜੀ, ਰਤਨ ਫਿਰ ਉਪਰਤਨਾਂ ਦੇ ਨਾਮ ਆ ਰਹੇ ਨੇ। ਇਹ ਹੁਣ ਫਿਰ ਲਿਖਿਆ ਲੋਹਾ ਨਿਕਲਿਆ, ਸਿੱਕਾ ਨਿਕਲਿਆ, ਸਵਰਨ ਸੋਨਾ ਨਿਕਲਿਆ, ਫਿਰ ਹੋਰ ਧਾਤਾਂ ਨਿਕਲੀਆਂ, ਚਾਂਦੀ ਨਿਕਲੀ, ਰੁਕਮੰਗ, ਫਿਰ ਬਹੁਰੋ ਕਥ ਤਾਂਬਰ, ਤਾਂਬਾ ਨਿਕਲਿਆ, ਕਲੀ ਨਿਕਲੀ, ਤੇ ਪਿਤਰੰਗ ਪਿੱਤਲ ਨਿਕਲਿਆ। ਪਿਤਰੰਗ ਐਂ ਪਾਠ ਕਰਨਾ। ਬਹੁਰੋ ਕਥ ਤਾਂਬਰ ਕਲੀ ਪਿਤਰੰ ਕਥ ਅਸ਼ਟਮ ਜਿਸਤ ਹੈ ਧਾਤ ਧਰੰ ਤੋਟਕ ਛੰਦ ਉਪਧਾਤ ਕਥਨੰ ਸੁਰਮੰ ਸਿੰਗਰਫ ਹਰਤਾਲ ਗਣੰ। ਇਹ ਸੁਰਮਾ ਵਗੈਰਾ ਨਿਕਲਿਆ, ਸਿੰਗਰਫ ਵਿੱਚੋਂ ਨਿਕਲੇ ਸਾਰੇ ਰੜਕਣ ਤੇ। ਹਾਂਜੀ। ਸੁਰਮੰ ਸਿੰਗਰਫ ਹਰਤਾਲ ਗਣੰ ਚਥਰਥ ਤੇਹੇ ਸਿੰਬਲ ਖਾਰ ਭਣੰ ਮਿਰਤ ਸੰਖ ਮਨਾਸਿਲ ਅਬਰਕਯੰ ਭਨ ਅਸ਼ਟਮ ਲੋਣ ਰਸੰ ਲਵਣੰ ਦੋਹਰਾ ਧਾਤ ਉਪਧਾਤ ਜਥਾ ਸਖਤ ਸੋ ਹਉ ਕਹੀ ਬਨਾਏ ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਸਮਝਾਏ। ਖਾਨਨ ਖਾਣੇ ਵਿੱਚ ਵੀ ਆਉਂਦੀਆਂ, ਖਾਨਨ ਮੈਂ ਵੀ ਹੋਤ ਹੈ ਕੋਈ ਕਹੂੰ ਸਮਝਾਏ। ਹਾਂਜੀ। ਕੋਈ ਕਹੂੰ ਕਮਾਏ, ਜਿੱਥੇ ਜੇ ਲੋੜ ਪੈਣ ਤੇ ਵਰਤੀਆਂ ਜਾ ਸਕਦੀਆਂ ਇਹ ਧਾਤਾਂ ਜਦੋਂ ਕੱਢੀਆਂ ਉਪਰਤਨ ਜਾਂ ਰਤਨ ਕੱਢੇ। ਹਾਂਜੀ। ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਏ ਚੌਪਈ ਰਤਨ ਉਪਰਤਨ ਨਿਕਾਸੇ ਤਬ ਹੀ ਧਾਤ ਉਪਧਾਤ ਦਿਰਬ ਮੋਹ ਸਭ ਹੀ ਤੇਹ ਤਬ ਹੀ ਬਿਸਨਹਿ ਹਿਰ ਲਇਓ ਅਵਰਨ ਬਾਟ ਅਵਰਨਹਿ ਦਇਓ ਚੌਪਈ ਸਾਰੰਗ ਸਰ ਆਸ ਚੱਕਰ ਗਦਾ ਲੀ ਪਾਂਚਾ ਮਰ ਲੈ ਨਾਦ ਅਧਿਕ ਕੀ ਸੂਲ ਪਿਨਾਕ ਵਿਸਹ ਕਰ ਲੀਨਾ ਸੋ ਲੈ ਮਹਾਦੇਵ ਕਉ ਦੀਨਾ ਭੁਜੰਗ ਛੰਦ ਦਿਓ ਇੰਦਰ ਐਰਾਵਤੰ ਬਾਜ ਸੂਰੰ ਉਠੇ ਦੀਹ ਦਾਨੋ ਜੁਦੰ ਲੋਹ ਪੂਰੰ ਅਨੀਦਾਨ ਵੀ ਦੇਖ ਉਠੀ ਅਪਾਰੰ ਤਬੈ ਬਿਸਨ ਜੂ ਚਿਤ ਕੀਨੋ ਵਿਚਾਰੰ ਆਥ ਨਰ ਨਾਰਾਇਣ ਅਵਤਾਰ ਕਥਨੰ। ਹਾਂਜੀ। ਜਦੋਂ ਇਹ ਸਮੁੰਦਰ ਡਿੱਕਿਆ ਗਿਆ ਉਹਦੇ ਵਿੱਚੋਂ ਫਿਰ ਇਹ 14 ਰਤਨ ਜੋ ਗਿਣ ਕੇ ਮਹਾਰਾਜ ਨੇ ਦੱਸੇ ਨੇ ਇਹ ਕੱਢੇ ਨੇ, ਉਪਰਤਨ ਵੀ ਕੱਢੇ ਨੇ। ਫਿਰ ਉਹਨੇ ਵੰਡ ਕਰਨੀ ਸੀ। ਇਹ ਵੰਡ ਕਰਨ ਵੇਲੇ ਫਿਰ ਦੇਵਤਿਆਂ ਦਾ ਤੇ ਦੈਂਤਾਂ ਦਾ ਜੋ ਝਗੜਾ ਹੋ ਜਾਣਾ, ਉਹ ਝਗੜੇ ਦੀ ਨਿਵਰਤੀ ਕਰਨੀ। ਉਦੋਂ ਫਿਰ ਇਹ ਅਵਤਾਰ ਧਾਰਨ ਹੋਣੇ ਕਰਨੇ ਨੇ। ਨਰ ਨਾਰਾਇਣ ਇੱਕ ਹੀ ਵਾਰਤਾ ਵਿੱਚ ਦੋ ਅਵਤਾਰ ਇਹ ਆ ਰਹੇ ਨੇ, ਨਰ ਤੇ ਨਾਰਾਇਣ ਤੇ ਮੋਹਣੀ ਅਵਤਾਰ ਨਾਲ ਹੀ। ਪਹਿਲਾ ਪੱਕਾ ਮੱਛ ਅਵਤਾਰ ਸੀ, ਫਿਰ ਕਛ ਅਵਤਾਰ ਦੇ ਦਰਸ਼ਨ ਕੀਤੇ ਨੇ, ਬਾਣੀ ਪੜ੍ਹੀ ਆ। ਹੁਣ ਆ ਰਿਹਾ ਕਿ ਨਰ ਤੇ ਨਾਰਾਇਣ ਇਹ ਦੋ ਅਵਤਾਰ ਨੇ, ਅਤੇ ਤੀਸਰਾ ਮੋਹਣੀ ਅਵਤਾਰ ਨਾਲ ਹੀ। ਸੋ ਇਹਨਾਂ ਤਿੰਨਾਂ ਅਵਤਾਰਾਂ ਦੇ ਜੋ ਪ੍ਰਸੰਗ ਨੇ, ਆਰੰਭ ਵਿੱਚ ਸਮੁੰਦਰ ਰਿੜਕਣ ਤੋਂ ਪ੍ਰਗਟ ਹੋਏ 14 ਰਤਨਾਂ ਦਾ ਜੋ
ਵਿਵਰਣ ਇਹਨਾਂ 14 ਛੰਦਾਂ ਤੋਂ ਬਾਅਦ ਨਰ ਨਾਰਾਇਣ ਦੇ ਨਾਂ ਦੋਵਾਂ ਅਵਤਾਰਾਂ ਦੀ ਕਥਾ ਇਕੱਠੀ ਆ ਰਹੀ ਹੈ। ਹੁਣ ਜਿਹੜੀ ਪੜ੍ਹਨੀ ਆਪਾਂ, ਇਹ ਨਰ ਤੇ ਨਾਰਾਇਣ ਇਕੱਠੀ ਆ ਰਹੀ ਆ, ਇਹਨਾਂ ਦੀ ਬਾਣੀ ਆ ਰਹੀ। ਤੋ 14 ਅਵਤਾਰਾਂ ਦੀ ਵੰਡ ਵੇਲੇ ਦੈਂਤਾਂ ਤੇ ਦੇਵਤਿਆਂ ਦਾ ਜੋ ਝਗੜਾ ਇਹ ਸ਼ੁਰੂ ਹੋ ਜਾਂਦਾ। ਵਿਸ਼ਨੂੰ ਜੀ ਨਰ ਤੇ ਨਾਰਾਇਣ ਰੂਪ ਵਿੱਚ ਅਵਤਾਰ ਲੈ ਕੇ ਦੈਂਤਾਂ ਨਾਲ ਯੁੱਧ ਕਰਦੇ। ਸੋ ਯੁੱਧ ਵਿੱਚ ਦੇਵਤਿਆਂ ਦਾ ਪਾਸਾ ਜਿਹੜਾ ਕਮਜ਼ੋਰ ਹੋ ਜਾਂਦਾ। ਜਿਹੜੀ ਅੰਮ੍ਰਿਤ ਦੀ ਪ੍ਰਾਪਤੀ ਲਈ ਵਿਸ਼ਨੂੰ ਨੂੰ ਮਹਾਮੁਨੀ ਦਾ ਅਵਤਾਰ ਧਾਰਨਾ ਪਿਆ ਵਾ। ਇਹ ਕਈ ਵਾਰੀ ਫੋਟੋ ਨਿਕਲਦੀ ਹੈ, ਅਤੇ ਆਪਣੇ ਮਹਾਂਪੁਰਸ਼ ਜਦੋਂ ਉਹ ਕਥਾਵਾਂ ਪੜ੍ਹਦੇ ਰਹਿੰਦੇ ਸਨ, ਉਹ ਫੋਟੋਆਂ ਜਿਹੀਆਂ ਲਿਆਉਂਦੇ, ਕੈਲੰਡਰ ਲਿਆਉਂਦੇ ਸਨ। ਤੇ ਉਹ ਵਿਸ਼ਨੂੰ ਜੀ ਮਹਾਮੁਨੀ ਦਾ ਰੂਪ ਧਾਰਨ ਕੀਤਾ ਹੋਇਆ ਤੇ ਘੜਾ ਆਪਣੀ ਕੱਛ ਵਿੱਚ ਲਿਆ ਹੋਇਆ ਅੰਮ੍ਰਿਤ ਦਾ, ਤੇ ਉਹਨਾਂ ਨੂੰ ਮੋਹਣੀ ਅਵਤਾਰ ਧਾਰਨ ਕੀਤਾ। ਦੇਵਤਿਆਂ ਨੂੰ ਪਤਾ ਹੈ ਤੇ ਉਹ ਫਿਰ ਛਲੇ ਜਾਂਦੇ ਨੇ ਦੂਜੇ ਰਾਖਸ਼ ਤੋਂ। ਫਿਰ ਇਹ ਜਿਹੜੀ ਆ ਰਹੀ ਨਾ ਅੱਗੇ ਵਾਰਤਾ, ਇਸ ਤੋਂ ਬਾਅਦ 8 ਛੰਦਾਂ ਵਿੱਚ 5ਵੇਂ ਅਵਤਾਰ ਮੋਹਣੀ ਅਵਤਾਰ ਦਾ ਵਰਣਨ ਨਾਲ ਹੀ ਆਊਗਾ। ਪਹਿਲਾਂ ਨਰ ਤੇ ਨਾਰਾਇਣ ਆਉਣੇ, ਫਿਰ ਮੋਹਣੀ ਅਵਤਾਰ 8 ਛੰਦਾਂ ਦੇ ਵਿੱਚ ਆਉਣਾ ਦਾ ਵਰਣਨ ਦਰਸ਼ਨ ਕਰਾਂਗੇ ਆਪਾਂ। ਇਹਦੇ ਵਿੱਚ ਸੁੰਦਰ ਇਸਤਰੀ ਦਾ ਰੂਪ ਧਾਰ ਲੈਣਾ ਵਿਸ਼ਨੂੰ ਜੀ ਨੇ। ਤਾਂ ਪਿਛਲੇ ਦਿਨਾਂ 'ਚ ਇਹ ਵੀ ਦੱਸਿਆ ਸੀਗਾ ਵੀ ਜਿਹੜੀ ਦੈਤ ਬਿੜਤੀ ਹੈ ਨਾ, ਉਹ ਇਸਤਰੀ ਨੂੰ ਦੇਖ ਕੇ ਛੇਤੀ ਲੁਭਾਏਮਾਨ ਹੋ ਜਾਂਦੀ ਹੈ। ਤੇ ਜਦੋਂ ਮੋਹਣੀ ਰੂਪ ਧਾਰਨ ਕਰ ਲਿਆ, ਉਹਨੂੰ ਮੋਹ ਲਿਆ ਇਹਨਾਂ ਨੂੰ ਦੇਵਤਿਆਂ ਨੂੰ, ਯੁੱਧ ਵੱਲੋਂ ਉਹਨਾਂ ਦੀ ਰੁਚੀ ਨੂੰ ਮੋੜ ਲਿਆ। ਮੋਹੇ ਗਏ, ਜਿਵੇਂ ਕਹਿਣਾ ਉਵੇਂ ਕਹਿਣਾ ਸੀ ਨਾ, ਜੋ ਦੇਵੀ ਕਵੇਂਗੀ ਉਹੀ ਮੰਨਾਂਗੇ, ਮੋਹਤ ਹੋ ਗਿਆ। ਸੋ ਦੇਵਤਿਆਂ ਦੇ ਦੈਤਾਂ ਦੇ ਵਿੱਚ ਰਤਨਾਂ ਦੀ ਜੋ ਵੰਡ ਆ ਉਹ ਠੀਕ ਢੰਗ ਨਾਲ ਸਿਰੇ ਚੜ੍ਹ ਜਾਣੀ ਆ, ਝਗੜਾ ਸਮਾਪਤ ਹੋ ਜਾਣਾ। ਇਹ ਅੱਗੇ ਵਿਚਾਰ ਆ ਰਹੇ ਆ। ਪਹਿਲਾਂ ਨਰ ਨਾਰਾਇਣ ਦੇ ਨਾਲ ਹੀ ਮੋਹਣੀ ਅਵਤਾਰ ਆਏਗਾ, ਉਸ ਤੋਂ ਅੱਗੇ ਬਰਾ ਅਵਤਾਰ ਵੀ ਦਰਸ਼ਨਦਾਰੇ ਕਰਾਂਗੇ। ਆਓ ਜੀ ਨਰ ਨਾਰਾਇਣ ਅਵਤਾਰ ਕਥਨ। ਹਾਂਜੀ। ਅਥ ਨਰ ਨਾਰਾਇਣ ਅਵਤਾਰ ਕਥਨੰ ਭੁਜੰਗ ਛੰਦ। ਨਰੰ ਔਰ ਨਾਰਾਇਣੰ ਰੂਪ ਧਾਰੀ ਭਇਓ ਸਾ ਮੋਹੇ ਸ਼ਸਤਰ ਅਸਤਰੰ ਸੰਭਾਰੀ। ਪਟੰ ਐਠ ਫੈਂਟੇ ਭੁਜੰਗ ਠੋਕ ਭੂਪੰ ਬੱਜੇ ਸੂਲ ਸੇਲੰ ਭਏ ਆਪ ਰੂਪੰ। ਭੁਜੰਗ ਛੰਦ ਭਰਿਓ ਆਪ ਮੋ ਲੋਹੇ ਕ੍ਰੋਹੰ ਅਪਾਰੰ। ਧਰਿਓ ਐਸ ਕੈ ਵਿਸ਼ਨ ਤ੍ਰਿਤੀਆ ਅਵਤਾਰੰ। ਨਰੰ ਏਕ ਨਾਰਾਇਣੰ ਦੋਇ ਸਰੂਪੰ। ਦਿਵੈ ਜੋਤ ਸੌ ਦਰਜ ਧਾਰੇ ਅਨੂਪੰ। ਸੌਂਦਰਜ ਥੋੜਾ ਬਿੰਦੀ ਨਾਸ ਕੀ ਆਵਾਜ਼ ਹੋ। ਸੌਂਦਰਜ ਦਿਵੈ ਜੋਤ ਸੌਂਦਰਜ ਧਾਰੇ ਅਨੂਪੰ। ਭੁਜੰਗ ਛੰਦ ਉਠੇ ਟੂਕ ਟੋਪੰ ਗੁਰਜੰ ਪ੍ਰਹਾਰੇ। ਜੁਟੇ ਜੰਗ ਕੋ ਜੰਗ ਜੋਧਾ ਜੁਝਾਰੇ। ਓਡੀ ਧੂਰ ਪੂਰੰ ਸੁਹੀ ਐਨ ਗੈਨੰ। ਡਿਗੇ ਦੇਵਤਾ ਦੈਤ ਕੰਪਿਓ ਤ੍ਰਿਨੈਨੰ। ਭੁਜੰਗ ਗਿਰੇ ਵੀਰ ਏਕੰ ਅਨੇਕੰ ਪ੍ਰਕਾਰੰ। ਸੁਬੇ ਜੰਗ ਮੋ ਜੰਗ ਜੋਧਾ ਜੁਝਾਰੰ। ਪਰੀ ਤਛ ਮੁਛੰ ਸੁਬੇ ਅੰਗ ਭੰਗੰ। ਮਨੋਪਾਨ ਕੈ ਭੰਗ ਪੌਡੇ ਪਲੰਗੰ। ਮਲੰਗਨ ਮਨੋਪਾਨ ਕੈ ਭੰਗ ਪੌਡੇ ਮਲੰਗੰ। ਭੁਜੰਗ ਪ੍ਰਿਆਤ ਛੰਦ ਦਿਸਾ ਮਉ ਨਾ ਆਈ। ਅਨੀਦਤ ਰਾਜੰ ਭੱਜੇ ਸਰਬ ਦੇਵੰ। ਤਜੇ ਸਰਬ ਸਾਜੰ। ਗਿਰੇ ਦਿਸਾ ਮਉ ਨਾ ਆਈ। ਇਹ ਇੱਥੇ ਖੜਾਉਤ ਹੋ ਗਈ, ਉਹ ਨਹੀਂ ਚਾਹੀਦੀ ਸੀ। ਦਿਸਾ ਮਉ ਨਾ ਆਈ ਅਨੀਦਤ ਰਾਜੰ। ਹਾਂ, ਫੇਰ ਪੜ੍ਹ ਦਿਓ। ਦਿਸਾ ਮਉ ਨ ਆਈ ਅਨੀਦੈਤ ਰਾਜੰ। ਭੱਜੇ ਸਰਬ ਦੇਵੰ ਤਜੇ ਸਰਬ ਸਾਜੰ। ਗਿਰੇ ਸੰਜ ਪੁੰਜੰ ਸਿਰੰ ਬਾਹੋ ਬੀਰੰ। ਸੁਬੇ ਬਾਨ ਜਿਉ ਚੇਤ ਪੁਹ ਪੰਕਰੀਰੰ। ਭੁਜੰਗ ਛੰਦ ਜਬੈ ਜੰਗ ਹਾਰਿਓ ਕੀਓ ਬਿਸ਼ਨ ਮੰਤਰੰ। ਭਇਓ ਅੰਤਰ ਧਿਆਨੰ ਕਰਿਓ ਜਾਨ ਤੰਤਰੰ।
ਮਹਾਮੋਹਨੀ ਰੂਪ ਧਾਰਿਓ ਅਨੂਪੰ ਛਕੇ ਦੇਖ ਦੋ ਦਿਤਿਆਦਿਤਯ ਰੂਪੰ ਛਕੇ ਜਿਤ ਆਦਿਤੈ ਦਿੱਤ ਆਦਿਤੈ ਛਕੇ ਦੇਖ ਦੋ ਦਿਤਿਆਦਿਤਯ ਭੂਪੰ। ਏਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਨਰ ਨਾਰਾਇਣ ਅਵਤਾਰ ਚਤਰਥ ਸਪੂਰਨੰ। ਹਾਂਜੀ, ਅੱਗੇ ਦਰਸ਼ਨ ਦਾਰੇ ਕਰਦੇ ਆ। ਮਹਾਮੋਹਣੀ ਅਵਤਾਰ ਜਿਹੜਾ ਜਿਹਨੇ ਵੰਡ ਕਰਨੀ ਆ, ਆਓ ਦਰਸ਼ਨ ਦਾਰੇ ਕਰੀਏ। ਰਤਨ ਕੱਢ ਲਏ ਨੇ, ਅੱਗੇ ਵੰਡ ਪਾਉਣੀ। ਹਾਂਜੀ। ਆਥ ਮਹਾਮੋਹਨੀ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਏ ਭੁਜੰਗ ਛੰਦ। ਮਹਾਮੋਹਨੀ ਰੂਪ ਧਾਰਿਓ ਅਪਾਰੰ ਰਹੇ ਮੋਹਿ ਕੈ ਦਿੱਤ ਆਦਿਤਿਆ ਕੁਮਾਰੰ। ਠੀਕ ਆ, ਦਿੱਤ ਆਦਿਤਿਆ ਛਕੇ ਪ੍ਰੇਮ ਜੋਗੰ ਰਹੇ ਰੀਜ ਸਰਬੰ ਤਜੇ ਸ਼ਸਤਰ ਅਸਤਰੰ ਦਿਓ ਛੋਰ ਗਰਬੰ। ਭੁਜੰਗ ਛੰਦ ਫੰਦੇ ਪ੍ਰੇਮ ਫਾਂਦੰ ਭਇਓ ਕੋਪਹੀਣੰ ਲੱਗੈ ਨੈਨ ਬੈਨੰ ਧਇਓ ਪਾਨ ਪੀਣੰ। ਗਿਰੇ ਝੂਮ ਭੂਮੰ ਛੁਟੇ ਜਾਨ ਪ੍ਰਾਣੰ ਸਭੈ ਚੇਤਹੀਣੰ ਲੱਗੇ ਜਾਨ ਬਾਣੰ। ਭੁਜੰਗ ਪ੍ਰਿਆਤ ਛੰਦ ਲਖੇ ਚੇਤਹੀਣੰ ਭਏ ਸੂਰ ਸਰਬੰ ਛੁਟੇ ਸ਼ਸਤਰ ਅਸਤਰੰ ਸਭੈ ਅਰਬ ਖਰਬੰ। ਅਰਬ ਖਰਬੰ ਅਰਬ ਖਰਬੰ ਇਸ ਪ੍ਰਕਾਰ ਛੁਟੇ ਸ਼ਸਤਰ ਅਸਤਰੰ ਸਭੈ ਅਰਬ ਖਰਬੰ। ਭਇਓ ਪ੍ਰੇਮ ਜੋਗੰ ਲੱਗੇ ਨੈਣ ਐਸੇ ਮਨੋ ਫਾਦ ਫਾਂਦੇ ਮਿਰਗੀ ਰਾਜ ਜੈਸੇ। ਭੁਜੰਗ ਪ੍ਰਿਆਤ ਛੰਦ ਜਿਨੇ ਰਤਨ ਬਾਂਟੇ ਤੁਮਉ ਤਾਹੇ ਜਾਨੋ। ਤੁਮਉ ਤਾਹੇ ਜਾਨੋ, ਤੁਮਉ ਐਂ ਇਕੱਠਾ ਕਰ, ਤੁਮਉ ਤੁਮਉ ਇਕੱਠਾ। ਜਿਨੇ ਰਤਨ ਬਾਂਟੇ ਤੁਮੁ ਤਾਹੇ ਜਾਨੋ। ਕਿਸੇ ਐਸਾ ਨਾ ਹੋਵੇ ਤੁਮੂ ਕਹਿ ਦਈਏ ਅਸੀਂ ਤੇ ਊੜੇ ਦੀ ਆਵਾਜ਼ ਆਵੇ ਨਾ, ਮੰਮੇ ਦੇ ਨਾਲ ਹੀ ਦਲੈਂਕੜ ਲੱਗਣ। ਤੁਮ ਊ ਤੁਮ ਊ ਇਸ ਪ੍ਰਕਾਰ ਤਿੰਨੇ ਅੱਖਰਾਂ ਦਾ ਉਚਾਰਨ ਹੋਣਾ ਚਾਹੀਦਾ ਜੀ। ਹਾਂਜੀ। ਜਿਨੇ ਰਤਨ ਬਾਂਟੇ ਤੁਮਉ ਤਾਹੇ ਜਾਨੋ। ਠੀਕ ਆ। ਕਥਾ ਬਿਰਦ ਤੇ ਬਾਤ ਥੋਰੀ ਬਖਾਨੋ। ਸਭੈ ਪਾਂਤ ਪਾਂਤੰ ਬਹਿਠੇ ਸੋ ਬੀਰੰ ਕਟੰ ਪੇਚ ਛੋਰੇ ਤਜੇ ਤੇ ਗਤੀਰੰ। ਚਉਪਈ ਸਭ ਜਗ ਕੋ ਜੋਤ ਅਨੰਤਰ ਦੀਆ ਕਲਪ ਬਿਰਛ ਲక్ష్ਮੀ ਕਰ ਲੀਆ। ਸੇਵ ਮਾਹੁਰ ਰੰਭਾ ਸਭ ਲੋਕਨ ਸੁਖ ਕਰਤਾ ਹਰਤਾ ਸਭ ਸੋਕਨ। ਸੁਖ ਕਰਤਾ ਇਥੇ ਵਿਸਰਾਮ, ਹਰਤਾ ਸਭ ਸੋਕਨ। ਸੁਖ ਕਰਤਾ ਹਰਤਾ ਸਭ ਸੋਕਨ। ਦੋਹਰਾ ਸਾਸ ਕ੍ਰਿਸ ਦੇ ਕਰਬੇ ਨਮਿਤ ਮਨ ਲక్ష్ਮੀ ਕਰ ਲੀਨ। ਔਰ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਈ ਦੀਨ। ਦੋਹਰਾ ਗਾਏ ਰਖੀਸਨ ਕਉ ਦਈ ਕਹਿ ਲਓ ਕਰੋ ਵਿਚਾਰ। ਸ਼ਾਸਤਰ ਸੋਧ ਕਬੀਨ ਮੁਖਨ ਲੀਜਹੁ ਪੂਛ ਸੁਧਾਰ। ਭੁਜੰਗ ਰਹੇ ਰੀਜ ਐਸੇ ਸਭੈ ਦੇਵਦਾਨੰ ਮਿਰਗੀ ਰਾਜ ਜੈਸੇ ਸੁਨੇ ਨਾਦ ਕਾਨੰ। ਬਟੇ ਰਤਨ ਸਰਬੰ ਗਈ ਛੂਟ ਰਾਰੰ ਧਰਿਓ ਐਸ ਸ੍ਰੀ ਵਿਸ਼ਨ ਪੰਚਮ ਅਵਤਾਰੰ। ਏਤ ਸ੍ਰੀ ਬਚਿੱਤਰ ਨਾਟਕੇ ਗ੍ਰੰਥੇ ਅਵਤਾਰ ਪੰਚਮ ਸੰਪੂਰਨੰ। ਹਾਂਜੀ, ਮਹਾਮੋਹਨੀ ਪੰਜਵਾਂ ਅਵਤਾਰ ਆਪਾਂ ਨੇ ਦਰਸ਼ਨਦਾਰੇ ਕੀਤੇ ਨੇ। ਅੱਗੇ ਬੈਰਾ ਅਵਤਾਰ ਆ ਰਿਹਾ ਹੈ, ਉਹਦੇ ਦਰਸ਼ਨਦਾਰੇ ਕਰਾਂਗੇ। ਬੈਰਾ ਅਵਤਾਰ ਬਾਰੇ ਬੇਨਤੀ ਕਰ ਦਈਏ, ਆਪਾਂ ਦਰਸ਼ਨ ਕਰਾਂਗੇ ਅੱਗੇ। ਇਹ 14 ਛੰਦਾਂ ਦੀ ਰਚਨਾ ਹੀ ਹੈ। ਸੋ ਇਸ ਕਥਾ ਵਿੱਚ ਦੱਸਿਆ ਹੈ ਸਾਰੇ ਰਤਨਾਂ ਦੇ ਵੰਡੇ ਜਾਣ ਤੋਂ ਬਾਅਦ ਸਾਰੇ ਦੈਂਤ ਅਤੇ ਦੇਵਤੇ ਆਪਣੇ ਆਪਣੇ ਸਥਾਨਾਂ ਤੇ ਚਲੇ ਜਾਂਦੇ ਆ
ਕੁਝ ਸਮਾਂ ਜਦੋਂ ਬੀਤ ਜਾਂਦਾ, ਫਿਰ ਦੋਵਾਂ ਵਿੱਚ ਵਿਰੋਧ ਹੋ ਜਾਂਦਾ, ਦੈਂਤਾਂ ਤੇ ਦੇਵਤਿਆਂ ਵਿੱਚ। ਥੋੜੀ ਦੈਂਤ ਉਹ ਭਾਰੂ ਹੋ ਜਾਂਦੇ ਨੇ, ਦੇਵਤਿਆਂ ਨੂੰ ਭਜਾ ਦਿੱਤਾ ਜਾਂਦਾ। ਜਿਹੜੇ ਵੇਦ ਇਹ ਸਾਰੇ ਹਸਪਤਾਲ ਚਲੇ ਗਏ ਨੇ। ਵਿਸ਼ਨੂੰ ਨੇ ਬਰਾਹ ਦਾ ਰੂਪ ਧਾਰਨ ਕਰਕੇ ਜਿਸ ਪ੍ਰਕਾਰ ਦੈਂਤਾਂ ਨੂੰ ਹਰਾ ਕੇ ਵੇਦਾਂ ਨੂੰ ਧਰਤੀ ਤੇ ਫੇਰ ਲੈ ਕੇ ਆਉਣਾ, ਵੇਦਾਂ ਦਾ ਉਧਾਰ ਕਰਨਾ, ਲਿਆਉਣਾ, ਉਭਾਰਨਾ, ਇਸ ਵਿੱਚ ਪ੍ਰਸੰਗ ਆਏਗਾ। ਆਓ ਦਰਸ਼ਨਦਾਰੇ ਕਰਦੇ ਹਾਂ ਜੀ। ਆਥ ਬੈਰਾਹ ਅਵਤਾਰ ਕਥਨੰ ਭੁਜੰਗ ਪ੍ਰਿਆਤ ਛੰਦ ਦਇਓ ਬਾਟ ਮਧਯੰ ਅਮਧਯੰ ਭਗਵਾਨੰ ਗਏ ਠਾਮ ਠਾਮੰ ਸਬੈ ਦੇਵਦਾਨੰ ਪੁਨਰਦ੍ਰੋਹ ਬੜਿਓ ਸੋ ਆਪੰ ਮਝਾਰੰ ਭੱਜੇ ਦੇਵਤਾ ਦੈਤ ਜਿੱਤੇ ਜੁਝਾਰੰ। ਹਾਂ, ਜਿਸ ਪ੍ਰਕਾਰ ਭੱਜੇ ਪਾਠ ਹੋਇਆ ਨਾ, ਇਸ ਪ੍ਰਕਾਰ ਇਹ ਆਪਾਂ ਧਿਆਨ ਦੇਣਾ ਉਚਾਰਨ ਦਾ। ਭਜੇ ਨਹੀਂ ਕਰਨਾ, ਇੱਥੇ ਕੱਸ ਕੇ ਬੋਲਣਾ, ਆਗਦਕ ਨਹੀਂ ਲੱਗਿਆ ਹੋਇਆ, ਪਰ ਅਸੀਂ ਪਾਠ ਕੱਸ ਕੇ ਕਰਨਾ। ਭੱਜੇ ਦੇਵਤਾ ਦੈਤ ਜਿੱਤੇ ਜੁਝਾਰੰ, ਜਿਸ ਪ੍ਰਕਾਰ ਆਪਾਂ ਨੇ ਸਰਵਣ ਕੀਤਾ। ਹਾਂਜੀ। ਭੁਜੰਗ ਹਿਰਨਿਓ ਹਿਰੰ ਨਾਸ਼ਸੰ ਦੋਏ ਬੀਰੰ ਸਬੈ ਲੋਗ ਕੈ ਜੀਤ ਲੀਨੇ ਗਹੀਰੰ ਜਲੰ ਬਾਥਲੇ ਅੰਕਿਓ ਰਾਜ ਸਰਬੰ ਭੁਜਾ ਦੇਖ ਭਾਰੀ ਬੜਿਓ ਤਾਹੇ ਗਰਬੰ। ਭੁਜੰਗ ਚਾਹੈ ਜੁਧ ਮੋਸੋ ਕਰੇ ਆਨ ਕੋ ਬਲੀ ਹੋਏ ਵਾਸੋ ਫਿਰੇ ਆਨ ਸੋ ਚੜਿਓ ਮੇਰ ਸਿੰਘੰ ਪਗੰ ਗੋਸ਼ਟ ਸੰਗੰ ਹਰੇ ਬੇਦ ਭੂਮੰ ਕੀਏ ਸਰਬ ਭੰਗੰ ਤਸੀ ਭੂਮ ਬੇਦੰ ਰਹੀ ਹੋਇ ਪਤਾਰੰ ਧਰਿਓ ਬਿਸਨ ਤੋ ਦਾੜ ਗਾੜਾ ਅਵਤਾਰੰ ਤਸਿਓ ਨੀਰ ਮਦੰ ਕੀਓ ਊਚ ਨਾਦੰ ਰਹੀ ਧੂਰ ਪੂਰੰ ਧੁਨੰ ਨਿਰਵਿਖਾਦੰ। ਭੁਜੰਗ ਬੱਜੇ ਡਾਕ ਡੌਰੂ ਦੋ ਵੀਰ ਜਾਗੇ ਸੁਣੇ ਨਾਦ ਬੰਕੇ ਮਹਾ ਭੀਰ ਭਾਗੇ ਝਮੀ ਤੇਗ ਤੇਜੰ ਸਾ ਰੋਸੰ ਪ੍ਰਹਾਰੰ ਖੇਵੀ ਦਾਮਨੀ ਜਾਣ ਭਾਦੋਂ ਮਝਾਰੰ। ਭੁਜੰਗ ਮੁਖੰ ਮੁਛ ਬੰਕੀ ਬਕੈ ਸੂਰ ਬੀਰੰ ਤੜੰਕਾਰ ਤੇਗੰ ਸੜੰਕਾਰ ਤੀਰੰ ਧਮਕਾਰ ਸਾਗੰ ਖੜਕਾਰ ਖੱਗੰ ਟੁਕੇ ਟੂਕ ਟੋਪੰ ਉਠੇ ਨਾਲ ਅੱਗੰ। ਭੁਜੰਗ ਉਠੇ ਨਾਦ ਨਾਦੰ ਧਮਕਾਰ ਢੋਲੰ ਢਲੰਕਾਰ ਢਾਲੰ ਮੁਖੰ ਮਾਰ ਬੋਲੰ ਖਹੇ ਖੱਗ ਖੂਨੀ ਖੁੱਲੇ ਬੀਰ ਖੇਤੰ ਨੱਚੇ ਕੰਧ ਹੀਣੰ ਕਮਦੰ ਨਿਰਚੇਤੰ। ਭੁਜੰਗ ਭਰੇ ਜੋਗਣੀ ਪਤਰ 64 ਚਾਰੀ ਨੱਚੀ 64 ਐ ਕਹਿ 64 ਨਹੀਂ ਕਰਨਾ, ਇਹ ਫਿਰ ਚਾਲ ਨਹੀਂ ਬਣਨੀ ਹੈ, ਗੱਲ ਇੱਕੋ ਹੀ। 64 ਕਹਿ ਦਿਓ, 64 ਕਹਿ ਦਿਓ, 64 4 ਤੇ 60 64 60 ਤੇ 4 ਇਸ ਪ੍ਰਕਾਰ 64 ਐ ਪ੍ਰਕਾਰ ਇਸ ਪ੍ਰਕਾਰ ਦੇ ਉਚਾਰਨ ਕਰ ਦਈਏ, ਫੇਰ ਵਧੀਆ ਲੱਗੇਗਾ। ਭਰੇ ਜੋਗਣੀ ਪਤਰ 64 ਚਾਰੀ ਨੱਚੀ ਖੋਲ ਸੀਸੰ ਬਕੀ ਬੇਕਰਾਰੀ। ਨੱਚੀ ਖੋਲ ਸੀਸੰ, ਖੋਲ ਸਿਰ ਨੂੰ ਖਿਲਾਰ ਲਿਆ। ਹਾਂਜੀ। ਨੱਚੀ ਖੋਲ ਸੀਸੰ ਬਕੀ ਬੇਕਰਾਰੀ ਹਸੈ ਭੂਤ ਪ੍ਰੇਤੰ ਮਹਾ ਬੇਕਰਾਲੰ ਬੱਜੇ ਡਾਕ ਡੌਰੂ ਕਰੂਰੰ ਕਰਾਲੰ। ਭੁਜੰਗ ਪ੍ਰਹਾਰੰਤ ਮੁਸ਼ਟੰ ਕਰੈ ਭਾਵ ਘਾਤੰ ਮਨੋ ਸਿੰਘ ਸਿੰਘੰ ਡਹੇ ਗਜ ਮਾਤੰ। ਛੋਟੀ ਈਸ ਤਾੜੀ ਡਗਿਓ ਬ੍ਰਹਮ ਧਿਆਨੰ ਭਜਿਓ ਚੰਦਰਮਾ ਕਾਂਪ ਭਾਨੰ ਮਧਿਆਨੰ। ਭੁਜੰਗ ਜਲੇ ਬਾਥਲੇਯੰ ਥਲੰ ਤਥ ਨੀਰੰ। ਫਿਰ ਹਾਂ ਤਥ ਠੀਕ ਸ਼ੁੱਧ, ਫਿਰ ਪੜ੍ਹੋ। ਜਲੇ ਬਾਥਲੇਯੰ ਥਲੰ ਤਥ ਨੀਰੰ ਕਿਦੋ ਸੰਧਯੰ ਬਾਣ ਰਗ ਇੰਦਰ ਬੀਰੰ।
ਕਰੈ ਦੈਤ ਆਘਾਤ ਮੁਸਟੰ ਪ੍ਰਹਾਰੰ ਮਨੋ ਚੋਟ ਬਾਹੈ ਕਰਿਆਰੀ ਕਰਿਆਰੰ ਬੱਜੇ ਡੰਕ ਬੰਕੇ ਸੋ ਕਰੂਰੰ ਕਰਾਰੇ ਮਨੋ ਗੱਜ ਜੁਟੇ ਦੰਤਾਰੇ ਦੰਤਾਰੇ ਟਮਕਾਰ ਢੋਲੰ ਰਣੰਕੇ ਨ ਫੀਰੰ ਸੜਕਾਰ ਸਾਗੰ ਤੜਕਾਰ ਤੀਰੰ ਧਮੰਕਾਰ ਢੋਲੰ ਰਣੰਕੇ ਨ ਫੀਰੰ ਸੜਕਾਰ ਸਾਗੰ ਤੜਕਾਰ ਤੀਰੰ ਧਮੰਕਾਰ ਸੜਕਾਰ ਤੜਕਾਰ ਇਸ ਪ੍ਰਕਾਰ। ਫਿਰ ਪੜ੍ਹੋ ਟਮੰਕਾਰ ਢੋਲੰ ਰਣੰ ਧਮੰਕਾਰ ਵੱਖ ਵੱਖ ਨਹੀਂ, ਧਮੰਕਾਰ ਇਕੱਠੇ ਹੀ ਬੋਲ ਆਉਣਾ। ਧਮੰਕਾਰ ਸੜਕਾਰ ਤੜਕਾਰ ਇਹ ਇਕੱਠੇ ਉਚਾਰਨ ਕਰਨਾ। ਇਹਨੂੰ ਸੜਕਾਰ ਐ ਨਹੀਂ ਕਰਨਾ, ਸੜਕਾਰ ਤੜਕਾਰ ਧਮੰਕਾਰ ਇਸ ਪ੍ਰਕਾਰ ਇਹਨਾਂ ਦੇ ਉਚਾਰਨ ਹੋਣੇ ਨੇ। ਟਮੰਕਾਰ ਢੋਲੰ ਰਣੰਕੇ ਨ ਫੀਰੰ ਸੜਕਾਰ ਸਾਗੰ ਤੜਕਾਰ ਤੀਰੰ ਭੁਜੰਗ ਦਿਨੰ ਅਸ਼ਟ ਜੁਦੰ। ਇਹ ਆਵਾਜ਼ ਆਈ ਹੈ ਤੇ ਢੋਲ ਜਿਵੇਂ ਵਾਲਾ ਟਮੰਗ 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 ਉਹ ਟਮੰਗ ਉਹਦੀ ਢੋਲ ਦੀ ਆਵਾਜ਼ ਆ। ਇਹ ਤਾਂ ਟਮੰਕਾਰ ਢੋਲੰ ਰਣੰਕੇ ਨ ਫੀਰੰ ਸੜਕਾਰ ਸਾਗੰ ਜਿਵੇਂ ਸੜੜ ਸਾਂਗ ਐ ਕਹੀਦੇ ਨਾ, ਸੜੜ ਦੀ ਆਵਾਜ਼ ਆਉਂਦੀ ਉਹ ਤੇ ਤੀਰ ਤੜਕ ਤੜਕ ਉਹ ਜੋ ਕਮਾਨ ਦੀ ਜਾਂਦੀ ਆਵਾਜ਼ ਦੀ ਨਾ ਤੁੰਦੀ ਕੜਕ ਦੇ ਆਵਾਜ਼ ਦੀ ਇਸ ਕਾ ਉਹਦੀ ਆਵਾਜ਼ ਤੀਰ ਨਿਕਲਦਾ ਤੜਕਾਰ ਆਵਾਜ਼ ਆਉਂਦੀ ਹੈ। ਤੜਕਾਰ ਤੀਰੰ ਜੋ ਕਮਾਨ ਨੂੰ ਤੀਰ ਛੱਡ ਕੇ ਵੱਜਦਾ ਵੀ ਤੜਕ ਦੇ ਕੇ ਜਾ ਕੇ ਆ ਤੇ ਜਦੋਂ ਤੰਦੀ ਚੋਂ ਤੀਰ ਨਿਕਲਦਾ ਉਦੋਂ ਹੀ ਤੰਦੀ ਜਾ ਕੇ ਇੱਥੇ ਚਮੁੱਠੇ ਦੇ ਵੱਜਦੇ ਨੂੰ ਉਹਨੂੰ ਛੱਡੀ ਤੜਕ ਹੁੰਦਾ, ਤਾਂ ਕਰਕੇ ਆਵਾਜ਼ ਤੜਕਾਰ ਤੀਰੰ। ਫਿਰ ਪੜ੍ਹ ਦਿਓ ਤਿੰਨੇ ਪਾਠ ਦੋਵੇਂ ਪੰਕਤੀਆਂ। ਟਮੰਕਾਰ ਢੋਲੰ ਰਣੰਕੇ ਨ ਫੀਰੰ ਸੜਕਾਰ ਸਾਗੰ ਤੜਕਾਰ ਤੀਰੰ ਭੁਜੰਗ ਦਿਨੰ ਅਸ਼ਟ ਜੁਦੰ ਭਇਓ ਅਸ਼ਟ ਰੈਣੰ। ਇਹ ਵੀ ਧਿਆਨ ਰੱਖਿਆ ਜਾਵੇ, ਕਿਤੇ ਆਮ ਪਾਠ ਸੁਣੇ ਜਾਂਦੇ ਨੇ ਜਿਵੇਂ ਜੁਦੰ ਉਹਨੂੰ ਯੁੱਧੰ ਕੀਤਾ ਜਾਂਦਾ, ਉਹ ਆਮ ਪਤਾ ਨਹੀਂ ਲੱਗਦਾ, ਪੂਰਾ ਧਿਆਨ ਦੇਣਾ ਪੈਂਦਾ ਤੇ ਉਚਾਰਨ ਕਰਨ ਲੱਗਿਆ ਵੀ ਪੂਰਾ ਧਿਆਨ ਦੇਣਾ। ਕਿਤੇ ਯੁੱਧੰ ਤੇ ਜੁਦੰ ਦਾ ਫਰਕ ਤਾਂ ਹੈਗਾ ਨਾ ਬਹੁਤ, ਪਰ ਅਸੀਂ ਜੱਜੇ ਥਾਂ ਯੀਆ ਨਾ ਲੱਗ ਜਾਵੇ। ਆਮ ਯੋਧਾ ਕਹਿੰਦੇ ਬੜਾ ਫਲਾਣਾ ਯੋਧਾ ਨਹੀਂ, ਬਾਣੀ ਜੇ ਯੋਧਾ ਹੀ ਆਉਂਦਾ ਹੈ, ਯੀਆ ਘੱਟ ਵਰਤੋਂ। ਇਸ ਪ੍ਰਕਾਰ ਹੈ ਜੁਦੰ ਯੁੱਧੰ ਨਹੀਂ। ਦਿਨੰ ਅਸ਼ਟ ਜੁਦੰ ਭਇਓ ਅਸ਼ਟ ਰੈਣੰ। ਪੜੋ ਦਿਨੰ ਅਸ਼ਟ ਜੁਦੰ ਭਇਓ ਅਸ਼ਟ ਰੈਣੰ ਡਗੀ ਭੂਮ ਸਰਬੰ ਉਠਿਓ ਕਾਂਪ ਗੈਣੰ ਰਣੰ ਰੰਗ ਰਤੇ ਸਭੈ ਰੰਗ ਭੂਮੰ ਹਣਿਓ ਬਿਸਨ ਸਤਰੰ ਗਿਰਿਓ ਅੰਤ ਝੂਮੰ ਭੁਜੰਗ ਧਰੇ ਦਾੜ ਅਗਰੰ ਚਤੁਰਵੇਦ ਤਬੰ ਹਠੀ ਦੁਸ਼ਟ ਜਿਤੇ ਭੱਜੇ ਦੈਤ ਸਬੰ ਦਈ ਬ੍ਰਹਮ ਆਗਿਆ ਧਨੁਰਵੇਦ ਕੀਯੰ ਸਭੈ ਸੰਤਨੰ ਤਾਨ ਕੋ ਸੁਖ ਦੀਯੰ। ਇਹਦਾ ਸਮੂਹ ਹੈ, ਭਾਵ ਬਹੁਤੇ ਸੰਤਾਂ ਨੂੰ ਸੁਖ ਦਿੱਤਾ। ਸਭੈ ਸੰਤਨੰ ਤਾਨ ਸੁਖ ਦੀਯੰ ਸਮੂਹ ਤੋਂ ਭਾਵ ਸਭੈ ਸੰਤਨੰ ਤਾਨ ਕੋ ਸੁਖ ਦੀਯੰ ਭੁਜੰਗ ਧਰਿਓ ਖਸ਼ਟਮੰ ਬਿਸਨ ਐਸਾ ਅਵਤਾਰੰ ਸਭੈ ਦੁਸ਼ਟ ਜਿਤੇ ਕੀਓ ਵੇਦ ਉਧਾਰੰ। ਸਭੈ ਦੁਸ਼ਟ ਜਿੱਤੇ ਕੀਓ ਵੇਦ ਉਧਾਰੰ, ਦੁਸ਼ਟਾਂ ਨੂੰ ਜਿੱਤ ਕੇ ਵੇਦਾਂ ਦਾ ਉਧਾਰ ਕੀਤਾ। ਜਿੱਤੇ ਪਾਠ ਕਰਨਾ ਜੀ। ਸਭੈ ਦੁਸ਼ਟ ਜਿਤੇ ਕੀਓ ਵੇਦ ਉਧਾਰੰ ਥਟਿਓ ਧਰਮ ਰਾਜੰ ਜਿਤੇ ਦੇਵ ਸਰਬੰ ਉਤਾਰਿਓ ਭਲੀ ਭਾਂਤ ਸੋ ਤਾਹੇ ਗਰਬੰ। ਇੱਥੇ ਜਿੱਤੇ ਨਹੀਂ ਪਾਠ ਹੋਣਾ, ਪਿਛਲਾ ਜਿੱਤੇ ਹੋਣਾ ਸੀ। ਸਭੈ ਦੁਸ਼ਟ ਜਿੱਤੇ ਦੁਸ਼ਟਾਂ ਨੂੰ ਜਿੱਤ ਲਿਆ, ਕੀਓ ਵੇਦ ਉਧਾਰੰ ਥਟਿਓ ਧਰਮ ਰਾਜੰ ਧਰਮ ਦਾ ਰਾਜ ਥਾਪਦਾ ਜਿਤੇ ਦੇਵ ਸਰਬ ਜਿਤੇ ਸਾਰੇ ਦੇਵਤੇ ਜਿਤੇ ਜਿਤਨੇ ਵੀ ਸਨ ਦੇਵਤੇ ਸਾਰੇ। ਇਹ ਅੰਤਰਾ ਇਹ ਪਹਿਲਾਂ ਜਿੱਤੇ ਆ ਫਿਰ ਜਿਤੇ ਜਿਤਨੇ ਵੀ ਭਾਵ ਸਾਰੇ ਹੀ ਦੇਵਤੇ ਜਿਤੇ ਦੇਵ ਸਰਬੰ। ਹਾਂ ਥਟਿਓ ਧਰਮ ਰਾਜੰ ਜਿਤੇ ਦੇਵ ਸਰਬੰ ਉਤਾਰਿਓ ਭਲੀ ਭਾਂਤ ਸੋ ਤਾਹੇ ਗਰਬੰ। ਏਤ ਸ੍ਰੀ ਬਚਿੱਤਰ ਨਾਟਕੇ ਛੇਵਾਂ ਅਵਤਾਰ ਬੈਰਾਹ। ਹਾਂਜੀ ਇੱਥੇ ਛੇਵਾਂ ਅਵਤਾਰ ਬਰਾਹ ਅਵਤਾਰ ਦੀ ਜੋ
ਰਚਨਾ ਸੀ ਆ ਵਾਹਿਗੁਰੂ ਜੀ। ਇਹ ਬਾਣੀ ਆਪਾਂ ਨੇ ਸਰਵਣ ਕਰੀ ਦਸਮ ਪਾਤਸ਼ਾਹ ਮਹਾਰਾਜ ਦੀ। ਅੱਗੇ ਸਤਵਾਂ ਅਵਤਾਰ ਹੈ ਨਰਸਿੰਘ ਅਵਤਾਰ। ਤੋ ਇਸ ਵਿੱਚ ਜੋ ਕਥਾ ਆਏਗੀ ਕੁੱਲ 42 ਕੁ ਛੰਦ ਆਉਣੇ ਨੇ। ਜੰਗ ਦਾ ਬੜਾ ਸਜੀਵ ਜਿਹਾ ਇਹਦਾ ਵਰਣਨ ਆ ਰਿਹਾ, ਦਰਸ਼ਨ ਕਰਾਂਗੇ ਆਪਾਂ। ਜਦੋਂ ਦੇਵਤਿਆਂ ਦਾ ਮਾਨ ਹੰਕਾਰ ਵੱਧ ਜਾਂਦਾ ਤਾਂ ਦੈਂਤਾਂ ਨੇ ਉਹਨਾਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕਰ ਲੈਣਾ। ਦੈਂਤਾਂ ਦੇ ਰਾਜੇ ਹਰਨਾਕਸ਼, ਜਿਹੜਾ ਹਿਰਣਕਸ਼ਪ ਵੀ ਨਾਂ ਇਹਦਾ, ਤੇ ਇਹਦੀ ਪਤਨੀ ਦੇ ਗਰਭ ਤੋਂ ਪ੍ਰਹਿਲਾਦ ਭਗਤ ਦਾ ਜਨਮ ਹੋਇਆ। ਉਹਨੂੰ ਫਿਰ ਪੜ੍ਹਨ ਭੇਜਣਾ ਸਕੂਲੇ, ਪਾਠਸ਼ਾਲਾ ਲਿਖਿਆ ਉੱਥੇ। ਤੇ ਉਹ ਨਾਮ ਜਪਦਾ ਵਾਹਿਗੁਰੂ ਦਾ। ਗੋਪਾਲ ਗੋਪਾਲ ਨਾਮ ਸੀ ਉਸ ਸਮੇਂ ਲਿਆ ਜਾਂਦਾ। ਗੋਪਾਲ 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 ਨਾਮ ਜਪਦਾ। ਨਾਮ ਦਾ ਪਾਠ ਕਰਨ ਤੇ ਫਿਰ ਦੈਂਤ ਰਾਜਾ ਕ੍ਰੋਧ ਵਿੱਚ ਆ ਜਾਂਦਾ। ਤੇ ਆਪਾਂ ਦਰਸ਼ਨਦਾਰੇ ਕਰਾਂਗੇ ਜਿਸ ਪ੍ਰਕਾਰ ਖੰਭੇ ਨਾਲ ਬੰਨ੍ਹ ਕੇ ਥੰਮ ਨਾਲ ਉਸ ਨੂੰ ਮਾਰਨਾ ਚਾਹਿਆ, ਪਰ ਉਸ ਥੰਮ ਦੇ ਵਿੱਚੋਂ ਹੀ ਜੋ ਨਰਸਿੰਘ ਅਵਤਾਰ ਪ੍ਰਗਟ ਹੋ ਜਾਂਦਾ ਹੈ। ਇਹ ਨਰਸਿੰਘ ਅਵਤਾਰ ਜਿਹੜਾ ਇਹਦਾ ਨਾਂ ਕਿਉਂ ਨਰਸਿੰਘ? ਉਤਲਾ ਜਿਹੜਾ ਹਿੱਸਾ ਇਹਦਾ ਹੈ ਉਹ ਸ਼ੇਰ ਦਾ ਤੇ ਥੱਲਾ ਨਾਰ ਵਾਲਾ। ਲੱਤਾਂ ਜਿਹੜੀਆਂ ਉਹ ਲੱਕ ਤੋਂ ਥੱਲੇ ਥੱਲੇ ਮਨੁੱਖ ਨਾਰਾ, ਉੱਤੇ ਸ਼ੇਰ ਦਾ ਮੂੰਹ ਪੰਜੇ ਸਾਰੇ, ਤਾਂ ਕਿ ਨਰਸਿੰਘ ਅਵਤਾਰ। ਤੇ ਆਪਾਂ ਨਿਤਾਪ੍ਰਤ ਬਾਣੀ ਵਿੱਚ ਪੜ੍ਹਦੇ ਹਾਂ। ਰਹਿਰਾਸ ਦੇ ਸਮੇਂ ਇਹ ਸ਼ਬਦ ਪੜ੍ਹਿਆ ਜਾਂਦਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। उसे सिर्फ इतनी ही पंक्ति है, हरनाक्ष दुष्ट हर मारिया, प्रहलाद तराया। सो सारे प्रेमी जना पर रखते ने, तनेमी ने सिख प्यारे। ये हुण उत्थे ते पंक्ति इन्नी है ना कल्ली, पर इधर विस्तार है। जिवें पिछे भी आदि महाराज दी बाणी तो आपां मंगलाचरण तो ही आरंभ हुई सी। अज दे जिहड़ा क्लास है, आपे मछ कछ करनी कर, तेरा रूप ना लखना जाई है। मछ भी आपे कछ भी आपे है। ये तो मूल रूप विच महाराज दी बाणी है। ते अगे 10वें विच विस्तार नाल आए मछ किवें अवतार पैदा होया, कछ किवें होया, की कारण सी, क्यों होया। ये 10वें पातशाह ने सानूं दर्शन करवाए ने। इसी प्रकार ही जो पंक्ति है, हरनाक्ष दुष्ट हर मारिया, उस हरनाक्ष नूं दुष्ट नूं जिस प्रकार मारना। तो अगे कई बार ये बेनती की है भी आदि गुरु ग्रंथ साहिब महाराज की जो संपूर्ण तौर पर व्याख्या 10वें गुरु ग्रंथ साहिब है, उत्थे कली पंक्ति आप दर्शनदारी ने करते पढ़ते हैं। हरनाक्ष दुष्ट हर मारिया, प्रहलाद तराया। हरि ने परमेश्वर ने हरनाक्ष नूं मार के प्रहलाद का उद्धार किया, उसकी रक्षा की है, थंब विचों पैदा हो गया। तो ये दर्शनदारे हुण आपां करदे हैं भी किवें की कहानी हुई, किवें पढ़न गया, किवें थंब विचों प्रगट हुंदा। ये मुल्तान विच है साध संगत जी। जदों अंग्रेज़ां दा राज सी 47 तो पहलां, साडे कोले इत्थे महापुरुषां कोले बाबा तेजा सिंह जी, निहंग सिंह साहिब जी मैरों वाले महापुरुष, उन्हां कोल जिथे होर विद्यार्थी पढ़दे सन, असीं निआणे सां सारे। ते उदों पिंड दा ही बजुर्ग फौजी सी, बाबा अर्जन सिंह निहंग सिंह सच गया सी। ਉਹ अंग्रेज़ां दी फौज विच सी। ਉਹ ਕਹਿੰਦਾ मैं मुल्तान विच असीं गए सां, फौज दी टुकड़ी दसदा गया साडा उत्थे। उत्थे कहना मैं वो थंब के दर्शन भी किए हैं जिहदे विचों नरसिंघ प्रगट होए सन। सो ये कथावां अज तक साध संगत जी वो नाम निशान हैं। सतयुग का समा सी उस समय दे, अज तक वो निशान भी ने। वो सानूं अर्जन सिंह बाबा जी ने, निहंग सिंह ने ये दस्सिया भी, कहंदा साडा
ਦਸਤਾ ਉਧਰ ਗਿਆ ਸੀਗਾ। ਇੱਕੋ ਸਾਰਾ ਹੀ ਰਾਜ ਖੁੱਲਾ ਸੀ ਨਾ 47 ਤੋਂ ਪਹਿਲਾਂ ਅੰਗਰੇਜ਼ਾਂ ਦਾ ਜਦੋਂ ਰਾਜ ਸੀ, ਉਦੋਂ ਬਾਬਾ ਜੀ ਦੱਸਦੇ ਥੰਮ ਦੇ ਦਰਸ਼ਨ ਕੀਤੇ। ਥੰਮ 'ਚ ਜਿਸ ਪ੍ਰਕਾਰ ਪ੍ਰਗਟ ਹੋਣਾ, ਕੀ ਕਾਰਨ ਹੋਣਾ, ਕਿਵੇਂ ਜੰਗ ਹੋਣਾ, ਕਿਸ ਪ੍ਰਕਾਰ ਪ੍ਰਹਲਾਦ ਦੀ ਰਕਸ਼ਾ ਹੋਣੀ ਆ, ਤੇ ਨਰ ਸਿੰਘ ਨੇ ਹਰਨਾਸ਼ ਦਾ ਜਿਵੇਂ ਜਿਵੇਂ ਘਾਤ ਕਰਨਾ, ਉਹਦਾ ਨਾਸ਼ ਕਰਨਾ। ਆਓ ਦਰਸ਼ਨਦਾਰੇ ਕਰਦੇ ਹਾਂ। ਹਾਂਜੀ। ਆਥ ਨਰ ਸਿੰਘ ਅਵਤਾਰ ਕਥਨੰ, ਸ੍ਰੀ ਭਗਉਤੀ ਜੀ ਸਹਾਇ। ਪਾਦਰੀ ਛੰਦ ਇਹ ਭਾਂਤ ਕੀਓ, ਦਿਵਰਾਜ ਰਾਜ ਭੰਡਾਰ ਭਰੇ ਸੁਭ ਸਰਬ ਸਾਜ। ਜਬ ਦੇਵਤਾਨ ਵੱਡਿਓ ਗਰੂਰ, ਬਲਵੰਤ ਦੈਤ ਉਠੇ ਕਰੂਰ। ਪਾਦਰੀ ਛੰਦ ਜਬ ਦੇਵਤਾਨ, ਇਹਦੇ ਵਿਸਰਾਮ, ਜਬ ਦੇਵਤਾਨ ਵੱਡਿਓ ਗਰੂਰ, ਬਲਵੰਤ ਦੈਤ ਉੱਠੇ ਕਰੂਰ। ਕੈਸਾ ਰਹੱਸ ਹੈ ਵੀ ਅਕਸਰ ਦੇਵਤੇ ਤੇ ਦੈਂਤਾਂ ਦਾ ਜੰਗ ਹੁੰਦਾ ਹੈ, ਤੇ ਕਾਰਨ ਕੀ ਬਣਦਾ? ਮਹਾਰਾਜ ਕਾਰਨ ਵੀ ਦੱਸ ਰਹੇ ਨੇ। ਜਦੋਂ ਹਉਮੈ ਆ ਜਾਂਦੀ ਨਾ, ਫਿਰ ਹਉਮੈ ਨੂੰ ਦੂਰ ਕਰਨ ਵਾਸਤੇ ਪਰਮੇਸ਼ਰ ਨੇ ਕੁਛ ਨਾ ਕੁਛ ਕਰਨਾ ਹੀ ਹੁੰਦਾ। ਕਹਿੰਦੇ ਦੇਵਤਿਆਂ ਨੇ ਜਦੋਂ ਗਰੂਰ ਵੱਧ ਗਿਆ, ਹਉਮੈ ਵੱਧ ਗਈ, ਫਿਰ ਬਲਵੰਤ ਬਲੀ ਦੈਤ ਪੈਦਾ ਕਰ ਦਿੱਤੇ। ਹੈ ਰਚਨਾ ਉਸੇ ਦੀ। ਸੋ ਸਾਨੂੰ ਐਸੀਆਂ ਕਥਾਵਾਂ ਪੜ੍ਹ ਕੇ ਆਪਣੇ ਆਪ ਨੂੰ ਵੀ ਕਈ ਵਾਰੀ ਅੰਦਰ ਚੱਲ ਜਾਂਦਾ ਹੈ ਧਿਆਨ, ਵੀ ਜਦੋਂ ਆ ਕੋਈ ਸਾਡਾ ਕਾਰਨ ਬਣਿਆ, ਕੋਈ ਐਸਾ ਹੋਇਆ, ਤੇ ਕਿਤੇ ਅੰਦਰ ਸਾਡੇ ਗਰੂਰ ਤਾਂ ਨਹੀਂ ਵੱਧ ਗਿਆ ਸੀ, ਅਹੰ ਭਾਵ ਤਾਂ ਨਹੀਂ ਆ ਗਿਆ ਸੀ। ਉਹਨੂੰ ਕੱਟਣ ਵਾਸਤੇ ਪਰਮੇਸ਼ਰ ਨੇ ਫਿਰ ਕੋਈ ਉਹ ਜਿਹਾ ਕਾਰਨ ਬਣਾ ਦਿੰਦੇ ਨੇ, ਤੋ ਆਪਣਿਆਂ ਨੂੰ ਪਾਤਸ਼ਾਹ ਜੀ ਬਚਾ ਵੀ ਲੈਂਦੇ ਨੇ। ਆਓ ਦਰਸ਼ਨਦਾਰੇ ਕਰ। ਜਬ ਦੇਵਤਾਨ ਵੱਡਿਓ ਗਰੂਰ, ਬਲਵੰਤ ਦੈਤ ਉੱਠੇ ਕਰੂਰ। ਹਾਂਜੀ। ਜਬ ਦੇਵਤਾਨ ਵੱਡਿਓ ਗਰੂਰ, ਬਲਵੰਤ ਦੈਤ ਉਠੇ ਕਰੂਰ। ਪਾਦਰੀ ਛੰਦ ਲੈਨੋ ਸ਼ਿਨਾਏ, ਦਿਵਰਾਜ ਰਾਜ। ਲਿਨੋ ਸ਼ਿਨਾਏ ਕਸ ਕੇ ਪਾਠ ਕਰਨਾ। ਅਦਕ ਲੱਗਾ ਕਿ ਨਹੀਂ? ਕੋਈ ਨਾ, ਇਹਨੂੰ ਕਸ ਕੇ ਪਾਠ। ਲਿਨੋ ਸ਼ਿਨਾਏ ਦਿਵਰਾਜ ਰਾਜ। ਲਿਨੋ ਸ਼ਿਨਾਏ ਦਿਵਰਾਜ ਰਾਜ, ਬਾਦਿਤ੍ਰ ਨੇਕ ਉਠੇ ਸੁਬਾਜ। ਇਹ ਭਾਂਤ ਜਗਤ ਦੋਹੀ ਫਿਰਾਏ, ਜਲੰ ਬਾਥਲੇਯੰ ਹਿਰਨਾਸ਼ ਰਾਏ। ਪਾਦਰੀ ਛੰਦ ਇਕ ਦਿਓਸ ਗਇਓ, ਨਿਜ ਨਾਰ ਤੀਰ। ਸਜ ਸੁਧ ਸਾਜ, ਨਿਜ ਅੰਗ ਵੀਰ। ਕਿਹ ਭਾਂਤ ਸੋ ਤ੍ਰੀ ਮੋਹ ਭਇਓ ਨਿਰੁਕਤ, ਤਬ ਭਇਓ ਦੁਸ਼ਟ ਕੋ ਬੀਰਜ ਮੁਕਤ। ਪਾਦਰੀ ਛੰਦ ਕਿਹ ਭਾਂਤ ਸੋਤਰੀ ਮੋਹ ਭਇਓ ਨਿਰੁਕਤ, ਤਬ ਭਇਓ ਦੁਸ਼ਟ ਕੋ ਬੀਰਜ ਮੁਕਤ। ਇਹ ਪ੍ਰਹਲਾਦ ਦੇ ਜਦੋਂ ਜਨਮ ਤੋਂ ਜੋ ਉਹ ਇਹ ਪੰਕਤੀਆਂ, ਇਹਦਾ ਜਨਮ ਕਿਸ ਪ੍ਰਕਾਰ ਹੁੰਦਾ ਹੈ। ਹਾਂਜੀ ਚਲੋ ਜੀ। ਪਾਦਰੀ ਛੰਦ ਪਹਿਲਾਦ ਭਗਤ ਲੀਨੋ ਅਵਤਾਰ। ਸਭ ਕਰਨ ਕਾਜ ਸੰਤਨ ਉਧਾਰ, ਚਟਸਾਰ ਪੜਨ ਸੌਂਪਿਓ ਨਿਰਪਾਲ। ਬਟੀਐ ਕਹਿਓ ਲਿਖਦਾ ਗੋਪਾਲ। ਟੋਟਕ ਛੰਦ ਇਕ ਦਿਓਸ ਗਇਓ, ਚਟਸਾਰ ਨ੍ਰਿਪੰ। ਚਿਤ ਚੌਕ ਰਹਿਓ ਸੁਭ ਦੇਖ ਸੁਤੰ, ਜੋ ਪੜਿਓ ਦਿਜ ਤੇ ਸੂ ਤਾਹੇ ਰੜੋ। ਹਾਂ, ਸੂ ਬੱਚੇ ਨੂੰ ਕਹਿੰਦੇ ਨੇ, ਜੋ ਪੜੋ ਦਿਜ ਤੇ ਸੂ ਤਾਹੇ ਰੜੋ। ਹੇ ਪੁੱਤਰ ਬੱਚਾ, ਜੋ ਤੂੰ ਆਪਣੇ ਪਾਂਦੇ ਤੋਂ ਪੜਿਆ ਹੈ ਉਹੀ ਉਹਨੂੰ ਪਕਾਉਣਾ ਕਰ। ਪਰ ਉਹ ਪਰਮੇਸ਼ਰ ਦਾ ਨਾਮ ਹੀ ਜਪਦਾ ਸੀ। ਚਲੋ ਜੀ। ਜੋ ਪੜਿਓ ਦਿਜ ਤੇ ਸੂ ਤਾਹੇ ਰੜੋ, ਨਿਰਭੈ ਸਿਸ ਨਾਮ ਗੋਪਾਲ ਪੜੋ। ਟੋਟਕ ਸੋਨ ਨਾਮ ਗੋਪਾਲ, ਰਿਸਿਓ ਅਸੁਰੰ ਬਿਨ ਮੋਹੇ ਸੋ। ਕੌਣ ਭਜੋ ਦੁਸਰੰ, ਜੀ ਮਾਹੇ ਧਰੋ ਸਿਸ ਯਾਹੇ ਹਨੋ। ਜੜ ਕਿਉ ਭਗਵਾਨ ਕੋ ਨਾਮ ਭਨੋ।
ਤੋਟਕ ਜਲ ਔਰ ਥਲੰ ਇਕ ਬੀਰ ਮਨੰ ਇਹ ਕਾਹੇ ਗੋਪਾਲ ਕੋ ਨਾਮ ਪਣੰ ਤਬ ਹੀ ਤੇਹ ਬਾਂਧਤ ਥੰਮ ਪਏ ਸੁਨ ਸਰਵਨਨ ਦਾਨਵ ਬੈਨ ਧਏ ਤੋਟਕ ਗਹਿ ਮੂੜ ਚੱਲੇ ਸਿਸ ਮਾਰਨ ਕੋ ਨਿਕਸਿਓ ਬਾ ਗੋਪਾਲ ਉਬਾਰਨ ਕੋ। ਠੀਕ ਹੈ ਚਲੋ। ਚੱਕ ਚੌਧ ਰਹੇ ਜਨ ਦੇਖ ਸਬੈ ਨਿਕਸਿਓ ਹਰ ਫਾਰ ਕੇ ਵਾਰ ਜਬੈ ਤੋਟਕ ਲਖ ਦੇਵ ਦੀਵਾਰ ਸਬੈ ਠਹਿਰੇ ਅਵਲੋਕ ਚਰਾਚਰ ਹੂ ਹਿਹਰੇ ਗਰਜੇ ਨਰ ਸਿੰਘ ਨਰਾਤ ਕਰੰ ਦ੍ਰਿਗ ਰਤ ਕੀਏ ਮੁਖ ਸ਼੍ਰਵਣ ਭਰੰ ਤੋਟਕ ਲਖ ਦਾਨਵ ਭਾਜ ਗਏ ਸਭ ਹੀ ਗਰਜੋ ਨਰ ਸਿੰਘ ਰਣੰ ਜਬ ਹੀ ਇਕ ਭੂਪਤ ਠਾਂਡ ਰਹਿਓ ਰਣ ਮੈਂ ਗਹਿ ਹਾਥ ਗਦਾ ਨਿਰਭੈ ਮਨ ਮੈਂ ਤੋਟਕ ਲਰਜੇ ਸਭ ਸੂਰ ਨਿਰਪੰ ਗਰਜੇ ਸਮੂਹਾਤ ਭਏ ਭਟਕੇ ਹਰ ਕੇ ਜੋ ਗਏ ਸਮੂਹੇ ਛਿਤ ਤੈ ਪਟਕੇ ਰਣ ਭੇਰਣ ਧੀਰ ਬਟਾ ਨਟਕੇ ਤੋਟਕ ਬਬ ਕੇ ਰਣ ਧੀਰ ਸੋ ਬੀਰ ਕਣੇ ਰਹਿ ਗਏ ਮਨੋ ਕਿੰਸਕ ਸਰੋਣ ਸਣੇ ਉਮਗੇ ਚਹੂ ਓਰਨ ਤੇਰੇ ਪਿਆਉ ਹੂੰ ਬਰਸਾਤ ਬਹਾਰਨ ਅਬਰਨ ਜਿਉ ਤੋਟਕ ਬਰਖੇ ਸਰ ਸੋਧ ਸਿਲਾ ਸਿਤਿਯੰ ਉਮਡੇ ਬਰ ਵੀਰ ਦਸੋ ਦਿਸਯੰ ਚਮਕੰਤ ਕਿਰਪਾਣ ਸੋ ਬਾਣ ਜੁਦੰ ਫਹਿਰੰਤ ਤੁਜਾਉ ਜਨ ਵੀਰ ਕ੍ਰੁਦੰ ਤੋਟਕ ਹੈਰੰਤ ਹਠੀ ਬਰਖੰਤ ਸਰੰ ਜਨ ਸਾਵਨ ਮੇਘ ਬੁਠਿਓ ਦੁਸਰੰ ਹੈਰੰਤ ਤੁਜਾਉ ਹੈਰੰਤ ਹਯੰ ਉਪਜਿਓ ਜੀ ਦਾਨਵ ਰਾਏ ਭਯੰ ਤੋਟਕ ਹੈ ਨਾਤ ਹਯੰਗਰ ਜੰਤ ਗਜੰ ਭਟ ਬਾਹ ਕਟੀ ਜਨ ਇੰਦਰ ਤੁਜੰ ਤਰਫੰਤ ਫਟੰ ਗਰਜੰਤ ਗਜੰ ਸੁਣ ਕੈ ਧੁਨ ਸਾਵਣ ਮੇਘ ਲੱਜੰ। ਇਹ ਲੱਜੰ ਕੱਸ ਕੇ ਕਰੀਏ। ਹਾਂ ਲੱਜੰ ਦਸੀ ਚੱਲੇ ਮੁੰਡੇ। ਸੁਣ ਕੈ ਧੁਨ ਸਾਵਣ ਮੇਘ ਲੱਜੰ ਤੋਟਕ ਵਿਚ ਲਿਓ ਪਾਗ ਦ્વੈਕ ਫਿਰਿਓ ਪੁਨ ਜਿਉ ਕਰ ਪੁੰਛ ਲਗੇ ਇਹ ਕ੍ਰੋਧਤ ਜਿਉ ਰਣ ਰੰਗ ਸਮੈ ਮੁਖਯੋ ਚਮਕਿਓ ਲਖ ਸੂਰ ਸਰੋ ਰਹੋ ਸੋ ਦਮਕਿਓ ਤੋਟਕ ਰਣ ਰੰਗ ਤਰੰਗਨ ਐਸ ਭਇਓ ਸਿਵ ਧਿਆਨ ਛੁਟਿਓ ਬ੍ਰਹਮੰਡ ਗਿਰਿਓ ਸਰ ਸੇਲ ਸਿਲਾਓ ਸਿਤ ਐਸ ਬਹੇ ਨਭ ਔਰ ਤਰਾਉ ਦੋ ਪੂਰ ਰਹੇ ਤੋਟਕ ਜਾਂ ਗਾਨ ਗੰਧਰਵ ਦੇਖ ਦੋ ਹਰਖੇ ਪੋਹ ਪਾਵਲ ਦੇਵ ਸਭੈ ਬਰਖੇ ਮਿਲ ਗਏ ਭਟ ਆਪ ਵਿਖੈ ਦੋ ਜੋ ਸੇਸ ਖੇਲਤ ਰਹਿਣ ਹੁਡੂ ਹੁਡ ਜਿਉ ਬੇਲੀ ਬਿੰਦਰਮ ਛੰਦ ਰਣ ਧੀਰ ਬੀਰ ਸੋ ਗੱਜਹੀ ਲਖ ਦੇਵ ਅਦੇਵ ਸੋ ਲਾਜਹੀ ਇਕ ਸੂਰ ਕਾਇਲ ਕੁਮਹੀ ਜਨ ਧੂਮ ਅਦੋ ਮੁਖ ਧੂਮਹੀ ਬੇਲੀ ਬਿੰਦਰਮ ਛੰਦ ਭਟ ਏਕ ਅਨੇਕ ਪ੍ਰਕਾਰਹੀ ਜੁਜੇ ਅਜੁਜ ਜੁਝਾਰਹੀ ਪਹਿਰੰਤ ਬੈਰਕ ਬਾਣੇਯੰ ਠਹਿਰੰਤ ਜੋਧ ਕੇ ਕਾਣੇਯੰ ਤੋਮਰ ਛੰਦ ਹਿਹਨਾਤ ਕੋਟ ਕੇ ਕਾਨ ਬਰਖੰਤ ਸੇਲ ਜੁਆਨ ਛੁਟਕੰਤ ਸਾਇਕ ਸੁਧ ਮਚਿਓ ਅਨੂਪਮ ਜੁਧ ਤੋਮਰ ਛੰਦ ਭਟ ਏਕ ਅਨੇਕ ਪ੍ਰਕਾਰ ਜੁਜੇ ਅਨੰਤ ਸਵਾਰ ਬਾਹੈ ਕਿਰਪਾਣ ਨਿਸੰਗ ਮਚਿਓ ਅਪੂਰਬ ਜੰਗ ਦੋਦਕ ਛੰਦ ਬਾਹ ਕਿਰਪਾਣ ਸੋ ਬਾਣ ਪਟਗਣ ਬਾਹ ਕਿਰਪਾਣ ਸੋ ਬਾਣ ਪਟਗਣ ਹੂੰ ਪਾਠ ਹੀ ਪਟਗਣੀ ਕਰਾਂਗੇ
ਭੱਟ ਗਣ ਇਹਦਾ ਵੱਖ ਵੱਖ ਅਰਥ ਇਦਾਂ ਹੋਏਗਾ। ਸਮੂਹ ਸੂਰਮੇ, ਭੱਟ ਕਹਿੰਦੇ ਸੂਰਮੇ ਨੂੰ, ਗਣ ਬਹੁਤੇ, ਭਟਕਣ, ਪਾਠ ਹੀ ਭਟਕਣ ਹੀ ਕਰ ਜਾਣਾ, ਕਰਥ ਵਾਲਾ ਆਪੇ ਕਰ ਜਾਊਗਾ, ਚਾਲ ਬਣ ਜਾਂਦੀ। ਬਾਹ ਬਾਹ ਕਿਰਪਾਨ ਸੋ ਬਾਹ ਭਟਕਣ, ਅੰਤ ਗਿਰੇ ਪੁਨ ਜੂਝ ਮਹਾਰਾਣਾ। ਹੁਣ ਭੱਟ ਗਣ ਵੱਖਰਾ, ਭਟਕਣ ਭਟਕਣ ਐ ਭਟਕਣ, ਇਸ ਪ੍ਰਕਾਰ ਪਾਠ। ਬਾਹ ਕਿਰਪਾਣ ਸੋ ਬਾਣ ਪਟਗਣ, ਅੰਤ ਗਿਰੇ ਪੁਨ ਜੂਝ ਮਹਾਰਣ। ਘਾਏ ਲਗਾਏ ਇਮ ਘਾਇਲ ਝੂਲੈ, ਫਾਗਨ ਅੰਤ ਬਸੰਤ ਸੇ ਫੂਲੈ। ਦੋਦਕ ਛੰਦ ਬਾਹੇ ਗਟੀ ਭਟ, ਏਕਨ ਐਸੀ ਸੁੰਡ ਮਨੋ ਗਜਰਾਜਨ ਜੈਸੀ। ਸੋਹਤ ਏਕ ਅਨੇਕ ਪ੍ਰਕਾਰੰ, ਫੂਲ ਖਿਰੇ ਜਨ ਮਦ ਫੁਲਵਾਰੰ। ਦੋਦਕ श्रोण रंगे अर एक अनेकं, फूल रहे जन किंसक नेकं। तावत काव किरपाण प्रहारं, जानक कोप प्रतश दिखारं। तोटक छंद जूझ गिरे अर एक अनेकं, घाये लगे विसंग भार विसेखं। काट गिरे पट एक वारं, साबन जान गई बह तारं। तोटक पूर परे भय चूर सिपाही, स्वाम के काज की लाज निबाही। बाहे कृपाणन बाहे कृपाणन, बाण सो बीरं। अंत भजे पैमान अधीरं। चौपाई त्याग चले रण कौ सब बीरा, लाज बिसर गई भय अधीरा। हिरनाश तब आप रसाना, बांध चल्यो रण को कर गाना। चौपाई परयो रोस नर सिंह स्वरूपं, आवत देख समूह रण भूपं। निज कावन को रोस न माना, निरख सेवक है दुखी रिसाना। भुजंग प्रियात छंद कंपाई सटा सिंह, गर्जो करूरं। उड्यो हेर वीरान के मुख नूरं। कंपाई सटा सिंह गरजो क्रूरं, उड्यो हेर वीरान के मुख नूरं। उठ्यो नाद बंके छुही गैण गरजं, हसे देव सर्वं भय दैत लज्जं। भुजंग मच्यो धुंद जुद्धं, मचे दोय ज्वाणं। तड़कार तेगं कड़के कमाणं। पिर्यो कोप कैदान वंशोलताणं, हड़ं श्रोण चले मदं मूलताणं। भुजंग कड़कार तेगं तड़कार तीरं, पय टूक टूकं रणं वीर तीरं। बजे शंख तूरं सोटोलं टमंके, रणं कंक बंके डहे वीर बंके। भुजंग भजे बाज गाजी सिपाही अनेकं, रहे ठांड भूपाल आगे नायकं। फिर्यो सिंह सूरं सो क्रूरं करालं, कंपाई सटा पूछ फेरी विशालं। दोहरा गर्जत राण नर सिंह के, भजे सूर अनेक। एक टिक्यो हिरनाश तह, अवर न जोधा एक। चौपाई मुष्ट युद्ध जुटे पट दो, तीसर ताहे ना पेखियत को। भय दुहन के राते नैना, देखत देव तमासे गैणा। चौपाई अष्ट दिवस अष्टे निस जुद्धा, कीनो दुहु पटन मिल क्रुद्धा। बहुरो असुर किशक मुरझाना, गिरयो भूम जन बिरछ पुराना। ठीक है, मुरझाना कस के पुराना भूला है, जिस प्रकार पाठ होया है इसी प्रकार आपां इहनूं पका लेना। उच्चारण इसी प्रकार शुद्ध है। हाँ जी। चौपाई सींच बार पुन ताहे जगायो, जगे मूर्छना पुन जी आयो। बहुरो फिरे सूर दोई क्रुद्धा, मंड्यो बहुर आप मह जुद्धा। भुजंग छंद
ਹਲਾ ਚਾਲ ਕਹਿ ਕਹਿ ਪੁਨਰ ਬੀਰ ਟੂਕੇ ਮਚਿਓ ਜੁਧ ਜਿਉ ਕਰਨ ਸੰਗੰ ਕੜੂਕੇ ਨਖੰ ਪਾਤ ਦੋ ਕਰੇ ਦੈਤ ਕਾਤੰ ਮਨੋ ਗੱਜ ਜੁਟੇ ਬਨੰ ਮਸਤ ਮਾਤੰ। ਗਾਜ ਪੋਲਾ ਪਾਠ ਕਰਨਾ, ਗਾਜ ਹਾਥੀ ਹੁੰਦਾ, ਗੱਜ ਨਹੀਂ। ਮਨੋ ਗੱਜ ਜੁਟੇ ਬਨੰ ਮਸਤ ਮਾਤੰ। ਮਨੋ ਗੱਜ ਜੁਟੇ ਬਨੰ ਮਸਤ ਮਾਤੰ। ਭੁਜੰਗ ਪੁਨਰ ਨਾਰ ਸਿੰਘੰ ਧਰਾ ਤਾਹੇ ਮਾਰਿਓ ਪੁਰਾਨੋ ਪਲਾਸੀ ਮਨੋ ਬਾਏ ਡਾਰਿਓ। ਹਨਿਓ ਦੇਖ ਦੁਸ਼ਟੰ ਭਈ ਪੋਹ ਬਰਖੰ ਕੀਏ ਦੇਵ ਤਿਉ ਆਨ ਕੈ ਜੀਤ ਕਰਖੰ। ਪਾਦਰੀ ਛੰਦ ਕੀਨਉ ਨਰ ਸਿੰਘ ਦੁਸ਼ਟੰ ਸੰਘਾਰ ਧਰਿਓ ਸੋ ਬਿਸ਼ਨ ਸਪਤਮ ਵਤਾਰ। ਸਪਤਮ ਅਵਤਾਰ, ਸਪਤਮ ਅਵਤਾਰ ਅੱਖਰ ਪੂਰੇ ਬੋਲੋ। ਧਰਿਓ ਸੋ ਬਿਸ਼ਨ ਸਪਤਮ ਵਤਾਰ ਲਿਨੋ ਸੋ ਭਗਤ ਆਪਨੋ ਛਿਨਾਏ ਸਭ ਸ੍ਰਿਸ਼ਟ ਧਰਮ ਕਰਮਨ ਚਲਾਏ। ਪਾਦਰੀ ਛੰਦ ਪ੍ਰਹਿਲਾਦ ਕਰਿਓ ਨ੍ਰਿਪ ਛਤਰ ਫੇਰ ਦੀਨੋ ਸੰਘਾਰ ਸਭ ਇਮ ਅੰਧੇਰ। ਸਭ ਦੁਸ਼ਟ ਅਰਿਸ਼ਟ ਦਿਨੇ ਖਪਾਏ ਪੁਨ ਜੋਤ ਲਈ ਜੋਤਹਿ ਮਿਲਾਏ। ਪੁਨ ਲਈ ਜੋਤ ਜੋਤਹਿ ਮਿਲਾਏ। ਪੁਨ ਲਈ ਜੋਤ ਜੋਤਹਿ ਮਿਲਾਏ। ਪਾਦਰੀ ਛੰਦ ਸਭ ਦੁਸ਼ਟ ਮਾਰ ਕੀਨੇ ਅਭੇਖ ਪੁਨ ਮਿਲ ਯੋ ਜਾਏ ਭੀਤਰ ਅਲੇਖ। ਪੁਨ ਮਿਲਿਓ ਜਾਏ, ਮਿਲਿਓ ਜਾਏ, ਇਕੱਠਾ ਕਰਨਾ। ਹਾਂ। ਪੁਨ ਮਿਲਿਓ ਜਾਏ ਭੀਤਰ ਅਲੇਖ। ਪੁਨ ਮਿਲਿਓ ਜਾਏ ਭੀਤਰ ਅਲੇਖ ਕਬ ਜਥਾ ਮਤ ਕਥਿਓ ਵਿਚਾਰ ਇਮ ਧਰਿਓ ਬਿਸ਼ਨ ਸਪਤਮ ਅਵਤਾਰ। ਨਰ ਸਿੰਘ ਅਵਤਾਰ ਸਮਾਪਤੰ। ਹਾਂਜੀ, ਇਹ ਨਰ ਸਿੰਘ ਸਪਤਮਾ ਅਵਤਾਰ ਅੰਗ 167 167 ਤੇ ਸੰਪੂਰਨ ਹੁੰਦਾ। ਅੱਗੇ ਬਾਮਨ ਅਵਤਾਰ ਦੀ ਰਚਨਾ ਮਹਾਰਾਜ ਨੇ ਜੋ ਰਚੀ ਆ, ਲਿਖੀ ਆ, ਉਹ ਆਏਗੀ। ਤੋਂ ਪਹਿਲਾਂ ਬੇਨਤੀ ਕੀਤੀ ਆ ਵੀ ਆਦਿ ਮਹਾਰਾਜ ਵੀ ਸੰਕੇਤ ਆਉਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਆਦਿ ਮਹਾਰਾਜ ਜੀ ਦੇ 1194 ਅੰਗ ਤੇ ਪਾਠ ਆਉਂਦਾ। ਪ੍ਰਹਿਲਾਦ ਬਿਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ। ਮੈਂ ਕਹੋ ਕਹਾਂ ਪੜਾਵਸ ਆਲ ਜਾਲ ਮੋਹ ਕਹੋ ਕਹਾਂ ਪੜਾਵਤ ਆਲ ਜਾਲ। ਮੇਰੀ ਪਟਿਆ ਲਿਖ ਦੋ ਸ੍ਰੀ ਗੋਪਾਲ। ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਉ ਨਹੀਂ ਕਾਮ। ਰਹਾਉ ਸੰਡਾ ਮਰ ਕੇ ਕਹਿਓ ਜਾਏ ਪ੍ਰਹਿਲਾਦ ਬੁਲਾਏ ਬੇਗ ਧਾਏ। ਤੂੰ ਰਾਮ ਕਹਿਨ ਕੀ ਛੋੜ ਬਾਨ ਤੁਧ ਛਡਾਉ ਮੇਰੋ ਕਹਿਓ ਮਾਨ। ਮੁਖ ਕਹਾਂ ਸਤਾਵਹੁ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ। ਇਕ ਰਾਮ ਨਾ ਛੋਡੋ ਗੁਰ ਅਹੰਕਾਰ ਮੋਕੋ ਘਾਲ ਜਾਰ ਭਾਵੇਂ ਮਾਰ ਡਾਰ। ਕਾੜ ਖੜਗ ਕੋਪਿਓ ਰਸਾਏ ਤੁਝ ਰਾਖਣ ਹਾਰੋ ਮੋਹਿ ਬਤਾਏ। ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ ਹਰਨਾਕਸ਼ ਛੇਦਿਓ ਨਖ ਬਿਦਾਰ। ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰ ਸਿੰਘ ਭੇਵ। ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਦਾਰੇ ਅਨਕ ਬਾਰ। ਪ੍ਰਹਿਲਾਦ ਉਦਾਰੇ ਅਨਕ ਬਾਰ। ਕੋਈ ਆਦ ਬਾਣੀ ਵਿੱਚ ਵੀ ਸੰਕੇਤ ਆਉਂਦੇ ਆ, ਦਰਸ਼ਨਦਾਰੇ ਆਪਾਂ ਕਰਦੇ ਬਾਣੀ ਪੜ੍ਹਦੇ ਆ। ਸੋ ਇੱਥੇ ਪੂਰਨ ਤੌਰ ਤੇ ਆਪਾਂ ਨੇ ਦਰਸ਼ਨਦਾਰੇ ਕੀਤੇ ਨੇ। ਅੱਗੇ ਆ ਰਿਹਾ ਹੈ ਬਾਵਨ ਅਵਤਾਰ। ਉਹਦੇ ਬਾਰੇ ਬੇਨਤੀ ਇਸ ਪ੍ਰਕਾਰ ਹੈ। ਇਸ ਅਵਤਾਰ ਨੂੰ ਮਹਾਰਾਜ ਜੀ ਨੇ 27 ਛੰਦਾਂ ਵਿੱਚ ਨਿਯਮਬੱਧ ਕੀਤਾ।
ਇਸ ਵਿੱਚ ਕਿਸੇ ਪ੍ਰਕਾਰ ਦੇ ਯੁੱਧ ਦਾ ਵਰਣਨ ਨਹੀਂ ਹੋਇਆ। ਵਾਮਨ ਅਵਤਾਰ ਵਿੱਚ ਜਿਹੜਾ ਆ ਰਿਹਾ ਅੱਗੇ ਕੋਈ ਜੰਗ ਯੁੱਧ ਨਹੀਂ ਇਹਦੇ ਚ ਆਏਗਾ। ਸੋ ਇਸ ਪ੍ਰਸੰਗ ਵਿੱਚ ਦੱਸਿਆ ਗਿਆ ਕਿ ਨਰਸਿੰਘ ਅਵਤਾਰ ਨੂੰ ਹੋਇਆ ਜਦੋਂ ਕੁਝ ਕੁ ਸਮਾਂ ਬੀਤ ਗਿਆ ਤਾਂ ਫਿਰ ਪਾਪ ਵੱਧ ਗਿਆ। ਦੈਂਤ ਲੋਕ ਜਿਹੜੇ ਸਨ ਉਹ ਜਗ ਕਰਨ ਲੱਗ ਪਏ। ਦੈਂਤਾਂ ਦਾ ਜੋ ਰਾਜਾ ਬਲੀ ਉਹਨੇ ਬਲ ਰਾਜਾ, ਇਹਦੇ ਬਾਰੇ ਬਾਣੀ ਚ ਆਉਂਦਾ ਪ੍ਰਮਾਣ ਆਉਂਦੇ ਨੇ, ਇੰਦਰ ਦੀ ਰਾਜਧਾਨੀ ਨਸ਼ਟ ਕਰ ਦਿੱਤੀ। ਤੇ ਇਹ ਡਰਿਆ ਹੋਇਆ ਦੇਵਤਿਆਂ ਨੇ ਪਰਮੇਸ਼ਰ ਅੱਗੇ ਆਪਣਾ ਦੁੱਖੜਾ ਰੋਇਆ। ਤੋ ਉਹਨਾਂ ਦੀ ਸਹਾਇਤਾ ਲਈ ਵਾਹਿਗੁਰੂ ਨੇ ਵਿਸ਼ਨੂੰ ਨੂੰ ਜੋ 8ਵਾਂ ਅਵਤਾਰ ਧਾਰਨ ਲਈ ਹੁਕਮ ਦਿੱਤਾ। ਵਿਸ਼ਨੂੰ ਨੇ ਇੱਕ ਨਿਰਤ ਨਿਮਾਣਾ ਜਾਂ ਬਾਹਮਣ ਹੋ ਕੇ ਛੋਟਾ ਜਿਹਾ ਰੂਪ ਧਾਰਨ ਕਰਕੇ ਰਾਜੇ ਬਲ ਨੂੰ ਜਿਸ ਪ੍ਰਕਾਰ ਛੱਡਣਾ, ਵੇਦ ਪਾਠ ਦੇ ਉਚਾਰਨ ਕਰਨ ਬਾਰੇ ਇਹ ਪਦਾਂ ਨਾਲ ਦਰਸ਼ਨ ਕਰਾਂਗੇ। ਸੋ ਉਹਨੇ ਦਸ਼ਣਾ ਵਜੋਂ ਕੁਛ ਮੰਗਿਆ ਬਾਹਮਣ ਨੇ। ਦੈਂਤ ਰਾਜ ਨੇ ਕਿਹਾ ਵੀ ਮੈਂ ਕੋਈ ਨਾ ਤੈਨੂੰ ਦੇ ਦੂੰਗਾ ਜੋ ਮੰਗੇਗਾ। ਦੈਂਤਾਂ ਦਾ ਗੁਰੂ ਜੋ ਸ਼ੁਕਰਾਚਾਰਜ ਸੀ ਉਹ ਇਸ ਗੱਲ ਨੂੰ ਸਮਝ ਗਿਆ ਵੀ ਗੱਲ ਕੁਛ ਹੋਰ ਆ। ਤੋ ਉਸਨੇ ਰਾਜੇ ਨੂੰ ਸਮਝਾਇਆ ਕਿ ਬਾਹਮਣ ਨਾ ਸਮਝ, ਇਹ ਖੁਦ ਵਿਸ਼ਨੂੰ ਹੈ, ਇਸ ਲਈ ਇਹਦੀ ਕੋਈ ਮੰਗ ਨਾ ਮੰਨ ਬੈਠੀ। ਤੇ ਬਲ ਰਾਜਾ ਜਿਹੜਾ ਸੀਗਾ ਉਹਨੇ ਕਿਹਾ ਵੀ ਕੋਈ ਨਾ ਭਿਖਾਰੀ ਬਣ ਕੇ ਜੇ ਮੇਰੇ ਦਰਵਾਜ਼ੇ ਤੇ ਆ ਗਿਆ, ਵਿਸ਼ਨੂੰ ਆਇਆ, ਤੇ ਫਿਰ ਤਾਂ ਮੈਂ ਆਪਣੇ ਆਪ ਨੂੰ ਧੰਨ ਸਮਝਦਾ, ਧੰਨਤਾ ਯੋਗ ਸਮਝਿਆ ਵੀ ਜੋ ਮੈਨੂੰ ਮੰਗੂਗਾ, ਮੰਗਤਾ ਮੇਰੇ ਦਰ ਤੇ ਆਇਆ ਤੇ ਫਿਰ ਤਾਂ ਮੈਂ ਜ਼ਰੂਰ ਦੇਵਾਂਗਾ। ਸ਼ੁਕਰਾਚਾਰਜ ਜੀ ਨੇ ਬਥੇਰਾ ਸਮਝਾਇਆ ਵੀ, ਪਰ ਉਸਨੇ ਸੰਕਲਪ ਕਰਨ ਲਈ ਇੱਕ ਕਹਿੰਦੇ ਬਾਹਮਣ ਨੇ ਉਹ ਕਮੰਡਲ ਮੰਗਾ ਲਿਆ। ਤੇ ਉਹਨਾਂ ਦੇ ਗੁਰੂ ਨੇ ਇਹਨੂੰ ਰਾਜੇ ਨੂੰ ਫਿਰ ਸੰਕਲਪ ਕਰਨ ਤੋਂ ਰੋਕਣ ਲਈ ਵੀ ਕਾਫੀ ਕਿਹਾ, ਪਰ ਨਾ ਰੁਕਿਆ। ਉਹਨੇ ਛੋਟਾ ਰੂਪ ਧਾਰ ਕਰਕੇ ਨਾ ਕਮੰਡਲੀ ਦੇ ਵਿੱਚ ਬਹਿ ਗਿਆ, ਜਿੱਥੋਂ ਦੀ ਪਾਣੀ ਨਿਕਲਦਾ ਹੁੰਦਾ, ਕੁੰਡਲੇ ਕਿਟਲੀਆਂ ਆਪਣੀਆਂ ਧੋਣ ਵਾਲੇ ਹੱਥ, ਉਹਦੇ ਵਿੱਚ ਬਹਿ ਗਿਆ ਜਾ ਕੇ ਇੱਕ ਛੋਟਾ ਰੂਪ ਧਾਰਨ ਕਰਕੇ। ਉਹ ਟੋਟਣੀ ਤੋਂ ਪਾਣੀ ਨਿਕਲਿਆ ਹੀ ਨਾ। ਵੇਖ ਕੇ ਬ੍ਰਾਹਮਣ ਨੂੰ ਵੀ ਗੱਲ ਆਈ ਵੀ ਗੱਲ ਕੀ ਆ, ਪਾਣੀ ਕਿਉਂ ਨਿਕਲਦਾ? ਤੇ ਉਹ ਜਿਹੜਾ ਸਰੂਪ ਸੀ ਛੋਟਾ ਜਿਹਾ ਬਾਮਨ ਰੂਪ, ਕਹਿੰਦਾ ਵੀ ਇਹਦੇ ਚ ਤੀਲਾ ਮਾਰ ਦੇ, ਤੀਲਾ ਇਹ ਕੋ ਫਸਿਆ ਹੈ। ਜੋ ਤੀਲਾ ਮਾਰਿਆ ਤੇ ਉਹ ਗਾਂ ਸ਼ੁਕਰਾਚਾਰ ਦੀ ਅੱਖ ਵਿੱਚ ਵੱਜ ਗਿਆ। ਤੀਲਾ ਲੱਗਣ ਕਾਰਨ ਜਲ ਤਾਂ ਨਿਕਲ ਆਇਆ ਤੇ ਉਹ ਸੰਕਲਪ ਜਿਹੜਾ ਸੀਗਾ ਰਾਜੇ ਨੇ ਪੂਰਾ ਕੀਤਾ। ਬ੍ਰਾਹਮਣ ਨੇ ਆਪਣਾ ਰੂਪ ਫਿਰ ਵਧਾ ਲਿਆ। ਧਰਤੀ ਮੰਗੀ ਸੀ 2.5 ਕਰਮਾ, ਜਦੋਂ ਦੇਣ ਲੱਗਾ ਤੇ ਸਾਰਾ ਕਹਿੰਦੇ ਆਕਾਸ਼ ਨੂੰ ਲੱਤ ਜਾ ਲੱਗੀ ਹੈ ਕਿ ਪਤਾਲ ਨੂੰ ਜਾ ਲੱਗੀ ਹੈ। ਆਪਾਂ ਵਿਸਤਾਰ ਅੱਗੇ ਪੜਾਂਗੇ, ਦਰਸ਼ਨਦਾਰੇ ਕਰਦੇ ਆ। ਇਹ ਆਦ ਬਾਣੀ ਵਿੱਚ ਹੀ ਮਹਾਰਾਜ ਦਰਸ਼ਨਦਾਰੇ ਆਪਾਂ ਕਰਦੇ ਆ ਇਸ ਪ੍ਰਕਰਨ ਦੇ। ਤੋ ਆਓ ਹੁਣ ਜੋ 8ਵਾਂ ਅਵਤਾਰ ਬਾਮਨ ਅਵਤਾਰ ਦੇ ਦਰਸ਼ਨਦਾਰੇ ਕਰਦੇ ਹਾਂ। ਆਥ 52 ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਏ। ਭੁਜੰਗ ਪ੍ਰਿਆਤ ਛੰਦ ਭਏ ਦਿਵਸ ਕੇਤੇ ਨਰਸਿੰਘਾ ਅਵਤਾਰੰ। ਪੁਨਰ ਭੂਮਮੋ ਪਾਪ ਬਾਢਿਓ ਅਪਾਰੰ। करे लाग जगं पुनर्दैत दानं। बलर राज की देह बढ़ियो गुमानं। भुजंग छंद ना पावै बलं देवता जग बासं। भई इंद्र की राजधानी बेनासं। करी ਧਿਆਨ ਰੱਖੋ, ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆਂ ਬਲ ਰਾਜਾ ਮਾਇਆ ਹੰਕਾਰੀ। ਜੰਗਨ ਕਰੈ ਬਹੁ ਭਾਰ ਭਾਰੀ। ਬਿਨ ਗੁਰ ਪੁੱਛੇ ਜਾਏ ਪਿਆਰੀ। ਇਹ ਆਪਾਂ ਕੁਛ ਪੰਕਤੀਆਂ ਪੜ੍ਹਦੇ ਨਾ। ਬਲ ਰਾਜਾ ਮਾਇਆ ਹੰਕਾਰੀ ਜਗਨ ਕਰੈ ਬਹੁ ਭਾਰ ਭਾਰੀ। ਬਿਨ ਗੁਰ ਪੁੱਛੇ ਜਾਏ ਪਿਆਰੀ। ਉਹਦਾ ਸਾਰਾ ਵਿਸਥਾਰ ਮੈਂ ਪਹਿਲਾਂ ਬੇਨਤੀ ਕਰ ਦਿੱਤੀ, ਹੁਣ ਧਿਆਨ ਰੱਖੋ ਉਸੇ ਪ੍ਰਕਾਰ ਹੀ ਆ ਜਾਣਾ। ਤੋਂ ਪਹਿਲਾਂ ਬੇਨਤੀ ਕੀਤੀ ਹੈ ਸੋ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੀ ਆ। ਦਸਮ ਬਾਣੀ ਪੜ੍ਹੇ ਬਿਨਾਂ ਆਦਿ ਮਹਾਰਾਜ ਦੀ ਕਥਾ ਜੋ ਕਰਨੀ ਆ ਉਹ ਫਿਰ
ਜੇ ਦਸਮ ਪੜ੍ਹੀਏ ਸੁਖਾਲੀ ਕਥਾ ਹੋ ਜਾਂਦੀ, ਨਹੀਂ ਤਾਂ ਫਿਰ ਟੱਕਰਾਂ ਜੀਆਂ ਮਾਰਨੀਆਂ ਮਾਰੀ ਜਾਂਦੇ ਨੇ। ਪਰ ਪੂਰਨ ਤੌਰ ਤੇ ਕਥਾ ਜਿਹੜੀ ਦਸਮ ਪਾਤਸ਼ਾਹ ਜੀ ਨੇ ਖੋਲੀ ਆ ਆਦਿ ਮਹਾਰਾਜ ਜੀ ਦੀ। ਹਾਂਜੀ ਚਲੋ। ਭੁਜੰਗ ਛੰਦ ਨਾ ਪਾਵੈ ਬਲੰ ਦੇਵਤਾ ਜਗ ਬਾਸੰ ਭਈ ਇੰਦਰ ਕੀ ਰਾਜਧਾਨੀ ਬੇਨਾਸੰ ਕਰੀ ਜੋਗ ਆਰਾਧਨਾ ਸਰਬ ਦੇਵੰ ਪ੍ਰਸੰਨੰ ਭਏ ਕਾਲ ਪੁਰਖੰ ਅਪੇਵੰ ਭੁਜੰਗ ਦਿਓ ਆਏ ਸੰਕਾਲ ਪੁਰਖੰ ਅਪਾਰੰ ਧਰੋ ਬਾਵਨਾ ਬਿਸਨ ਅਸ਼ਟਮ ਅਵਤਾਰੰ ਲਈ ਬਿਸਨ ਆਗਿਆ ਚਲਿਓ ਤਾਏ ਐਸੇ ਲਹਿ ਉਦਾਰ ਦੀ ਭੂਪ ਭੰਡਾਰ ਜੈਸੇ ਨਿਰਾਜ ਛੰਦ ਸਰੂਪ ਛੋਟ ਧਾਰ ਕੈ ਚਲਿਓ ਤਹਾਂ ਵਿਚਾਰ ਕੈ ਸਭਾ ਨਰੇਸ਼ ਜਾਣਿਓ ਤਹੀਂ ਸੋ ਭਾਵ ਠਾਨਿਓ ਨਰਾਜ ਛੰਦ ਸੋ ਬੇਦ ਚਾਰ ਉਚਾਰ ਕੈ ਸੁਣਿਓ ਨਿਰਪੰਗ ਸੁਧਾਰ ਕੈ ਬੁਲਾਏ ਬਿਪ ਕੋ ਲਇਓ ਮਲਿਆਗਰ ਮੂੜ ਕਾ ਦਇਓ ਨਰਾਜ ਪਦਾਰਗ ਦੀਪ ਦਾਨ ਦੈ ਪ੍ਰਦਛਨਾ ਅਨੇਕ ਕੈ ਕਰੋਰ ਦਛਨਾ ਦਈ ਨਾ ਹਾਥ ਵਿਪ ਨੈ ਲਈ। ਹਾਂ ਠੀਕ ਆ। ਨਰਾਜ ਛੰਦ ਕਹਿਓ ਨਾ ਮੋਰ ਕਾਜ ਹੈ ਮਿਥਿਆ ਇਹ ਤੋਰ ਸਾਜ ਹੈ ਅਢਾਏ ਪਾਵ ਭੂਮ ਦੈ ਬਸੇਖ ਭੂਪ ਕੀਰਤ ਲੈ ਚੌਪਈ ਜਬ ਦਿਜ ਐਸ ਬਖਾਨੀ ਬਾਣੀ ਭੂਪਤ ਸਹਿਤ ਨਾ ਜਾਣਿਓ ਰਾਣੀ ਪੈਗ ਅਟਾਏ ਭੂਮ ਦੇ ਕਹੀ ਦਿੜ ਕਰ ਬਾਤ ਦੇ ਜੋਤਮ ਗਹੀ ਦਿਜ ਬਰ ਸੁਕਰ ਹੋਤੋ ਨ੍ਰਿਪ ਤੀਰਾ ਜਾਣ ਗਇਓ ਸਭ ਭੇਦ ਵਜੀਰਾ ਜਿਉ ਜਿਉ ਦੇਨ ਪਿਰਥਵੀ ਨ੍ਰਿਪ ਕਹੈ ਤਿਮ ਤਿਮ ਨਾਹੇ ਪਰੋਹਤ ਗਹੈ ਚੌਪਈ ਜਬ ਨ੍ਰਿਪ ਦੇਨ ਧਰਾ ਮਨ ਕੀਨਾ ਤਬ ਹੀ ਉਤਰ ਸੁਕਰ ਇਮ ਦੀਨਾ ਲਗ ਦੇਜ ਯਾਹੇ ਨਾ ਭੂਪ ਪਛਾਨੋ ਬਿਸਨ ਅਵਤਾਰ ਇਸੀ ਕਰ ਮਾਨੋ ਚੌਪਈ ਸੁਣਤ ਬਚਨ ਦਾਨਵ ਸਭ ਹੱਸੇ ਉਚਰਤ ਸੁਕਰ ਕਹਾ ਘਰ ਬਸੇ ਸਸਿਕ ਸਮਾਨ ਨਾ ਦਿਜ ਮਹਿ ਮਾਸਾ ਕਾਸ ਕਰ ਹੈ ਇਹ ਜਗ ਬਿਨਾਸਾ ਦੋਹਰਾ ਸੁਕਰ ਬਾਚ ਜਿਮ ਚਿਨਗਾਰੀ ਅਗਨ ਕੀ ਗਿਰਤ ਸਗਨ ਬਨ ਮਾਹੇ ਅਦਕ ਤਨਕ ਤੇ ਹੋਤ ਹੈ ਤਿਮ ਦਿਜ ਬਰ ਨਰ ਨਾਹੇ ਚੌਪਈ ਹਸ ਇਹ ਨਾਹੇ ਪਾਠ ਨਹੀਂ ਕਰਨਾ, ਇਹ ਕਈ ਵਾਰੀ ਨਰ ਨਾਹਾ ਪਾਠ ਵੀ ਆਉਂਦਾ। ਨਰ ਨਾਹਾ ਤਿੰਨ ਦਿਜ ਪਰ ਨਰ ਨਾਹਾ ਇਹ ਦਿਜ ਪਰ ਇਹ ਨਰ ਇਹ ਨਾਹਾ ਬਾਦਸ਼ਾਹ ਹੈ ਨਾਹਾ ਨਰਾਂ ਦਾ ਨਰ ਨਾਹੇ ਨਾਹੇ ਨਹੀਂ ਕਰਨਾ ਪਾਠ ਨਾਹੇ ਇੱਥੇ ਬਿੰਦੀ ਦਾ ਉਚਾਰਨ ਨਾ ਹੋਵੇ। ਅਦਕ ਤਨਕ ਤੇ ਹੋਤ ਹੈ ਤਿਮ ਦਿਜ ਪਰ ਨਰ ਨਾਹੇ। ਹਾਂਜੀ ਆਦਕ ਤਨਕ ਤੇ ਹੋਤ ਹੈ ਤਿਮ ਦਿਜ ਬਰ ਨਰ ਨਾਹੇ ਚੌਪਈ ਹਾਸੋ ਭੂਪਤ ਇਹ ਬਾਤ ਬਖਾਨੀ ਸੁਨਹੋ ਸੁਕਰ ਤੁਮ ਬਾਤ ਨਾ ਜਾਨੀ ਫੋਨ ਇਹ ਸਮੋ ਸਭੋ ਛਲ ਜੈ ਹੈ ਹਰ ਸੋ ਫੇਰ ਨਾ ਭੇਛਕ ਐ ਹੈ ਚੌਪਈ ਮਨ ਮਹਿ ਬਾਤ ਇਹ ਠਹਿਰਾਈ ਮਨ ਮੋ ਧਰੀ ਨਾ ਕਿਸੂ ਬਤਾਈ ਪ੍ਰੇਤ ਤੇ ਮੰਗ ਕਮੰਡਲ ਏਸਾ ਲਗਿਓ ਦਾਨ ਤਿਹ ਦੇਨ ਨਰੇਸਾ ਚੌਪਈ ਸੁਕਰ ਬਾਤ ਮਨ ਮੋਹ ਪਹਿਚਾਨੀ ਭੇਦ ਨਾ ਲਹਿਤ ਭੂਪ ਅਗਿਆਨੀ ਧਾਰ ਮਕਰ ਕੇ ਜਾਰ ਸਰੂਪਾ ਪੈਠਿਓ ਮਦ ਕਮੰਡਲ ਭੂਪਾ ਚੌਪਈ ਨਿਰਪ ਬਰ ਪਾਨ ਸੁਰਾਹੀ ਲਈ ਦਾਨ ਸਮੈ ਦਿਜ ਬਰ ਕੀ ਭਈ ਦਾਨ ਹੇਤ ਜਬ ਹਾਥ ਚਲਾਇਓ ਨਿਕਸ ਨੀਰ ਕਰ ਤਾਹੇ ਨਾ ਆਇਓ ਤੋਮਰ ਛੰਦ
ਚਮਕਿਓ ਤਬੈ ਦਿਜਰਾਜ, ਕਰੀਐ ਨ੍ਰਿਪੇ ਸੋ ਇਲਾਜ। ਤਿਨਕਾ ਮਿਲੇ ਇਹ ਬੀਚ, ਇਕ ਚੱਛ ਹੋਇ ਹੈ ਨੀਚ। ਤੋਮਰ ਤੁਨਕਾ ਨ੍ਰਿਪਤ ਕਰ ਲੀਨ, ਭੀਤਰ ਕਮੰਡਲ ਦੀਨ। ਸੁਕਰ ਆਂਖ ਲੱਗੀਆ ਜਾਏ, ਇਕ ਚੱਛ ਭਇਓ ਦਿਜਰਾਏ। ਇਹ ਸਾਡੀ ਇਧਰਲੀ ਬੋਲੀ ਆ। ਤੁਨਕਾ ਤਿਣਕਾ, ਤਿਣਕਾ ਘਾਹ ਦਾ ਡੱਕਾ ਜਿਹਾ ਲੈ ਲੈਣਾ, ਉਹਦੇ ਡੱਕਾ ਮਾਰ ਦੇਣਾ, ਉਹਨੂੰ ਕਹਿੰਦੇ ਡੱਕਾ ਵੀ ਕਹਿੰਦੇ, ਤੁਨਕਾ ਵੀ ਕਹਿੰਦੇ ਆ, ਤਿਣਕਾ ਵੀ ਕਹਿੰਦੇ ਨੇ। ਤੋ ਅਸੀਂ ਇਹ ਸਾਡੀਆਂ ਪੰਜਾਬੀ ਦੀਆਂ ਜਿਹੜੀਆਂ ਬੋਲੀਆਂ ਨੇ ਇਧਰੀਆਂ ਇਲਾਕੇ ਦੀਆਂ, ਅਸੀਂ ਭੁੱਲ ਚੁੱਕੇ ਹਾਂ। ਇਹਨਾਂ ਨਾਲ ਸਾਨੂੰ ਜੁੜਨਾ ਵੀ ਇਹਦੀ ਜ਼ਰੂਰੀ ਹੈ। ਹਾਂਜੀ। ਤੋਮਰ ਛੰਦ ਨੇਤਰ ਤੇਜੋ ਗਿਰਿਓ ਨੀਰ, ਸੋਈ ਲੀਓ ਕਰ ਦੇਜ ਬੀਰ। ਕਰ ਨੀਰ ਚੁਵਨ ਨਾ ਦੀਨ, ਇਮ ਸਵਾਮ ਕਰ ਜਗੀਨ। ਚਉਪਈ ਚੱਛ ਨੀਰ ਕਰ ਭੀਤਰ ਪਰਾ, ਵਹੈ ਸੰਕਲਪ ਦਿਜਹਿ ਕਰ ਧਰਾ। ਐਸ ਤਬੈ ਨਿਜ ਦੇਹ ਵਢਾਇਓ, ਲੋਕ ਛੇਦ ਪਰਲੋਕ ਸਿਧਾਇਓ। ਚਉਪਈ ਨਿਰਖ ਲੋਗ ਅਦਭੁਤ ਬਿਸਮਏ, ਦਾਨਵ ਪੇਖ ਮੂਰਛ ਨਾ ਭਏ। ਪਾਮ ਪਤਾਰ ਛੋਇਓ ਸਿਰ ਕਾਸਾ, ਪਾਮ ਪਤਾਰ ਛੋਇਓ ਸਿਰ ਕਾਸਾ। ਸਿਰ ਕਾਸਾ ਆਮ ਪਾਠ ਆ ਇਹਦੇ ਚ ਤੁਹਾਡੇ ਕੋਲ ਟੀਕੇ ਕਾਸਾ ਹੀ ਹੈ ਨਾ। ਤੇ ਕਈਆਂ ਨੇ ਅੱਜ ਪਾਠ ਲਾਤਾ ਆਕਾਸਾ। ਆਕਾਸਾ ਨਹੀਂ ਪਾਠ ਕਰਨਾ, ਇੱਥੇ ਆੜਾ ਨਹੀਂ ਲੱਗਣਾ ਚਾਹੀਦਾ ਵੀ ਆਪਣੇ ਕੋਲੋਂ ਦੇ ਆਕਾਸਾ। ਫਿਰ ਤਾਂ ਬਹੁਤ ਸਾਰੇ ਪਾਠ ਹੈ ਵੀ ਜਿਹੜੇ ਉਹ ਸਮਝਣਾ ਪੈਂਦਾ ਉਹਦਾ ਅਰਥ, ਪਰ ਅਸੀਂ ਅੱਖਰ ਨਹੀਂ ਕੋਲ ਲਾਉਣਾ ਹੁੰਦਾ। ਤੇ ਫਿਰ ਕਵਿਤਾ ਦਾ ਜੋ ਬਾਣੀ ਦਾ ਉਹ ਗੱਲ ਰਹਿਣੀ ਨਹੀਂ ਜੇ ਆਪਣੇ ਕੋਲੋਂ ਪੂਰਾ ਅਸੀਂ ਕਰ ਦਿਆਂਗੇ। ਪਰ ਗੁਰੂ ਪਾਤਸ਼ਾਹ ਨੇ ਆਪਣੇ ਹਿਸਾਬ ਕਿਤਾਬ ਨਾਲ ਜਿਸ ਪ੍ਰਕਾਰ ਉਹਨਾਂ ਨੂੰ ਲੱਗਦਾ ਅੱਛਾ ਲੱਗਿਆ ਉਹਨੇ ਲਿਖਿਆ। ਪਰ ਕਈ ਵਾਰੀ ਸਾਡੀ ਭੁੱਲ ਹੁੰਦੀ ਆ, ਇਸੀ ਕਹਿੰਦੇ ਅਸੀਂ ਘਾਟ ਪੂਰੀ ਕਰ ਦਈਏ। ਜਿਵੇਂ ਇੱਥੇ ਕਈ ਥਾਈਂ ਦੇਖਿਆ ਕਈਆਂ ਨੇ ਵੀਰਾਂ ਨੇ ਉੱਥੇ ਆਕਾਸਾ ਲਾਤਾ, ਪਰ ਪਾਠ ਜਿਹੜਾ ਨਾ ਹੱਥ-ਲਿਖਤ ਸਰੂਪਾਂ ਵਿੱਚ, ਜਾਂ ਜਿਵੇਂ ਲਾਹੌਰ ਵਾਲਾ ਛਾਪਾ ਹੈ, ਲਾਲਵੇਰ ਵਾਲੇ ਭਾਗ ਨੇ, ਉਹਨਾਂ ਦੇ ਹੈ ਪਾਵ ਪਤਾਰ ਛੋਇਓ ਸਿਰ ਕਾਸਾ। ਜਿਹੜੇ ਪਤਾਲ ਨੂੰ ਉਹਦੇ ਪੈਰ ਲੱਗ ਗਏ ਨੇ, ਐਡਾ ਸਰੂਪ ਵਧਾ ਲਿਆ ਤੇ ਸਿਰ ਆਕਾਸ਼ ਜਾ ਲੱਗਿਆ। 52 ਅਵਤਾਰ ਦਾ। ਹਾਂਜੀ, 52 ਸੀ ਨਾ। ਹਾਂਜੀ। ਪਾਮ ਪਤਾਰ ਛੋਇਓ ਸਿਰ ਕਾਸਾ, ਚੱਕਰਤ ਭਏ ਲੱਖ ਲੋਕ ਤਮਾਸਾ। ਚਉਪਈ ਏਕੈ ਪਾਵ ਪਤਾਰ ਹੈ ਛੂਆ, ਦੂਸਰ ਪਾਵ ਗਗਨ ਲਉ ਹੂਆ। ਭਿਦਿਓ ਅੰਡ ਬ੍ਰਹਮੰਡ ਅਪਾਰਾ, ਤਿਹ ਤੇ ਗਿਰੀ ਗੰਗ ਕੀ ਧਾਰਾ। ਚਉਪਈ ਇਹ ਬੇਦ ਭੂਪ ਅਚੰਭਵ ਲਹਾ, ਮਾਨ ਕ੍ਰਮ ਬਚਨ ਚਕਰਤ ਹੋਇ ਰਹਾ। ਸੋ ਕਛ ਭਇਓ ਜੋ ਸੁਕਰ ਉਚਾਰਾ। ਇਹ ਵੀ ਕੁਛ ਦੀ ਥਾਂ ਕਈ ਵਾਰੀ ਕਛ ਵੀ ਲਿਖਿਆ ਮਿਲਿਆ। ਵਾਹਿਗੁਰੂ ਪਾਠ ਕਛ ਹੈ ਨਾ, ਕਛ ਪਾਠ ਸ਼ੁੱਧ ਹੈ। ਤੇ ਕੁਛ ਵੀ ਕਈ ਥਾਈਂ ਸੁਣਿਆ ਦਿਖਿਆ ਇੱਕ ਦੋ ਥਾਈਂ, ਪਰ ਉਹ ਜਿਹੜਾ ਕੱਕੇ ਨੂੰ ਗਲਤ ਹੈ। ਪਾਠ ਹੈਗਾ ਹੈ ਜੋ ਕਛ ਭਇਓ, ਸੋ ਕਛ ਭਇਓ ਜੋ ਸ਼ੁਕਰ ਉਚਾਰਾ। ਸੋ ਕਛ ਭਇਓ ਜੋ ਸ਼ੁਕਰ ਉਚਾਰਾ, ਸੋਈ ਅਖੀਅਨ ਹਮ ਆਜ ਨਿਹਾਰਾ। ਚਉਪਈ ਅਰਧ ਦੇਹ ਆਪਨੋ ਮੈਨ ਦੀਨਾ, ਇਹ ਬਿਦ ਕੈ ਭੂਪਤ ਜਸ ਲੀਨਾ। ਜਬ ਲਉ ਗੰਗ ਜਮਨ ਕੋ ਨੀਰਾ, ਤਬ ਲਉ ਚਲੀ ਕਥਾ ਜਗ ਧੀਰਾ। ਚਉਪਈ ਬਿਸ਼ਨ ਪ੍ਰਸੰਗ ਪ੍ਰਤਸ਼ ਹੋਇ ਕਹਾ, ਚੋਬਦਾਰ ਦੁਆਰੈ ਹੋਇ ਰਹਾ। ਚੋਬਦਾਰ ਚੋਬਦਾਰ ਦੁਆਰੈ ਹੋਇ ਰਹਾ। ਕਹਿਓ ਚੱਲੇ ਤਬ ਲੱਗੈ ਕਹਾਣੀ, ਜਬ ਲਗ ਗੰਗ ਜਮਨ ਕੋ ਪਾਣੀ।
ਠੀਕ ਹੈ। ਦੋਹਰਾ ਜਹ ਸਾਧਨ ਸੰਕਟ ਪਰੈ ਤਹ ਤਹ ਭਈ ਸਹਾਏ ਦੁਆਰਪਾਲ ਹੋਇ ਦਰ ਬਸੇ ਭਗਤ ਹੇਤ ਹਰ ਰਾਏ ਚਉਪਈ ਅਸ਼ਟਮ ਅਵਤਾਰ ਬਿਸ਼ਨ ਅਸਤਰਾ ਸਾਧਨ ਸਬੈ ਕਿਰਤਾਰਥ ਕਰਾ ਆਬ ਨਵਮੋ ਬਰਨੋ ਅਵਤਾਰਾ ਸੁਨਹੁ ਸੰਤ ਚਿਤ ਲਾਏ ਸੁਧਾਰਾ ਅਸ਼ਟਮ ਅਵਤਾਰ ਬਿਸ਼ਨ ਅਸ ਧਰਾ ਸਾਧਨ ਸਭੈ ਕਿਰਤਾਰਥ ਕਰਾ ਅਬ ਨਵਮੋ ਬਰਨੋ ਅਵਤਾਰਾ ਸੁਨਹੁ ਸੰਤ ਚਿਤ ਲਾਏ ਸੁਧਾਰਾ ਹਿਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ 52 ਅਵਤਾਰ ਅਸ਼ਟਮੋ ਕਥਨੰ ਬਾਲ ਛਲਨ ਸਮਾਪਤ ਮਸਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।